ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਸਾਹਿਬ ਜੀ। ਆਦ ਅਗਾਧ ਅਛੇਦ ਅਭੇਦ, ਆਲੇਖ ਅਭੇਖ ਅਨਾਹਦ ਜਾਨਾ। ਭੂਤ ਭਵਿਖ ਭਵਾਨ ਤੁਹੀ, ਸਭ ਹੂੰ ਸਭ ਠੌਰਨ ਮੋਹ ਅਨਮਾਨਾ। ਦੇਵ ਅਦੇਵ ਮਣੀ ਧਰ ਨਾਰਦ, ਸਾਰਦ ਸਤ ਸਦੈਵ ਪਛਾਨਾ। ਦੀਨ ਦਇਆਲ ਕਿਰਪਾ ਨਿਧ ਕੋ, ਕਛ ਭੇਦ ਪੁਰਾਨ ਕੁਰਾਨ ਨਾ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਦ ਨਿਰੰਜਨ ਹੈ। ਗੁਰੂ ਨਾਨਕ ਧਾਰ ਕੈ ਮੂਰਤ ਹੈ ਜਗ ਆਇਓ। ਲੋਕ ਸੁਨਿਓ ਪਰਲੋਕ ਸੁਨਿਓ, ਬਿਦ ਲੋਕ ਸੁਨਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੈ ਮੂਰਤ ਹੈ ਜਗ ਆਇਓ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਨੇ ਇਸ ਦੁਨੀਆ ਵਿੱਚ ਆ ਕੇ ਅੰਧਕਾਰ ਅਗਿਆਨਤਾ ਦਾ ਅੰਧੇਰਾ ਦੂਰ ਕੀਤਾ ਤੇ ਗਿਆਨ ਦਾ ਦੀਵਾ ਬਾਲਿਆ। ਆਪਣੀ ਬਾਣੀ ਦੁਆਰਾ, ਆਪਣੇ ਉਪਦੇਸ਼ਾਂ ਦੁਆਰਾ ਸੰਸਾਰ ਭਰ ਵਿੱਚ ਵਿਚਰ ਕੇ ਸਾਰੀ ਦੁਨੀਆ ਨੂੰ ਨਾਮ ਜਪਣ ਦਾ, ਭਗਤੀ ਦਾ ਮਾਰਗ ਦੱਸਿਆ। ਭਾਈ, ਇਸ ਮਨੁੱਖਾ ਜੀਵਨ ਦੀ ਸਫਲਤਾ ਵਾਸਤੇ ਨਾਮ ਜਪੋ। ਇਹ ਜੋ ਸੰਸਾਰ ਹੈ, ਇਹ ਬੜੀ ਗੁੰਝਲਦਾਰ ਇੱਕ ਬੁਝਾਰਤ ਹੈ ਕਿ ਕਿੱਥੋਂ ਆਇਆ, ਕਿਵੇਂ ਬਣਿਆ, ਕਿਵੇਂ ਸਮੇਟਿਆ ਜਾਂਦਾ ਹੈ। ਜੀਵ ਆਉਂਦੇ ਕਿੱਥੋਂ ਨੇ, ਜੀਵ ਜਾਂਦੇ ਕਿੱਥੇ ਨੇ। ਇਹ ਐਸਾ ਮਸਲਾ ਹੈ ਜਿਹੜਾ ਕਿਸੇ ਨੂੰ ਸਮਝ ਨਹੀਂ ਆਇਆ, ਪਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇਹਦਾ ਜਵਾਬ ਦਿੱਤਾ ਹੈ। ਸਤਿਗੁਰੂ ਨਾਨਕ ਦੇਵ ਜੀ ਨੂੰ ਸਿੱਧਾ ਨੇ ਪੁੱਛਿਆ ਸੀ ਅਚਲ ਬਟਾਲੇ ਦੀ ਧਰਤੀ ਤੇ, ਬਾਬਾ ਜੀ ਇਹ ਦੱਸੋ ਜੀਵ ਆਉਂਦਾ ਕਿੱਥੋਂ ਹੈ, ਜੀਵ ਜਾਂਦਾ ਕਿੱਥੇ ਹੈ, ਇਹ ਸੰਸਾਰ ਕਿਹਦੇ ਵਿੱਚੋਂ ਪੈਦਾ ਹੋਇਆ, ਕਿਹਦੇ ਵਿੱਚ ਸਮਾਏਗਾ। ਸਵਾਲ ਸਿੱਧਾ ਦਾ ਰਾਮਕਲੀ ਰਾਗ ਦੇ ਵਿੱਚ ਲਿਖਿਆ ਹੋਇਆ ਹੈ। ਕਹਾਂ ਤੇ ਆਵੈ, ਕਹਾਂ ਇਹੋ ਜਾਵੈ, ਕਹਾਂ ਇਹੋ ਰਹਿ ਸਮਾਈ। ਬਾਬਾ ਜੀ ਦੱਸੋ ਆਉਂਦਾ ਕਿੱਥੋਂ ਹੈ, ਜੀਵ ਜਾਂਦਾ ਕਿੱਥੇ ਹੈ। ਇਹ ਸ਼ਬਦ ਕੋ ਜੋ ਅਰਥ ਆਵੈ, ਤਿਸ ਗੁਰ ਤਿਲ ਨਾ ਤਮਾਈ। ਜਿਹੜਾ ਇਸ ਗੱਲ ਦਾ ਅਰਥ ਦੱਸੇਗਾ ਸਮਝਾਂਗੇ ਸੰਪੂਰਨ ਤਮਾ ਤੋਂ ਰਹਿਤ ਗੁਰੂ ਹੈ, ਪੂਰਨ ਗੁਰੂ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਵਾਬ ਦਿੱਤਾ, ਹੁਕਮੇ ਆਵੈ ਹੁਕਮੇ ਜਾਵੈ, ਹੁਕਮੇ ਰਹਿ ਸਮਾਈ। ਪਰਮੇਸ਼ਰ ਦੇ ਹੁਕਮ ਵਿੱਚ ਹੀ ਸੰਸਾਰ ਆਉਂਦਾ ਹੈ, ਹੁਕਮ ਦੇ ਵਿੱਚ ਹੀ ਚਲਾ ਜਾਂਦਾ ਹੈ। ਹੁਕਮ ਵਿੱਚ ਹੀ ਜੀਵ ਆਉਂਦੇ ਨੇ, ਹੁਕਮ ਵਿੱਚ ਚਲੇ ਜਾਂਦੇ ਨੇ। ਸਭ ਹੁਕਮ ਦੀ ਖੇਡ ਹੈ। ਸੋ ਗੁਰੂ ਬਾਬਾ ਜੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਸਿਧਾਂਤ ਦਿੱਤਾ, 10 ਜਾਮਿਆਂ ਵਿੱਚ 10 ਜੋਤਾਂ ਵਿੱਚ ਹੋ ਕੇ ਪ੍ਰਚਾਰਿਆ। 10ਵੇਂ ਜਾਮੇ ਵਿੱਚ ਸ੍ਰੀ ਕਲਗੀਧਰ ਪਿਤਾ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸੇ ਹੀ ਸਿਧਾਂਤ ਦਾ ਪ੍ਰਚਾਰ ਕੀਤਾ, ਕੋਈ ਵੱਖਰਾ ਸਿਧਾਂਤ ਸਥਾਪਿਤ ਨਹੀਂ ਕੀਤਾ। ਜੋ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਹਨ, ਉਹੀ ਬਾਣੀ ਦਸਮ ਦੀ ਬਾਣੀ ਦੇ ਵਿਚਾਰ ਹਨ। ਇੱਕ ਪਰਮਾਤਮਾ ਦੀ, ਵਾਹਿਗੁਰੂ ਦੀ ਉਪਾਸਨਾ ਕਰਨੀ, ਭਗਤੀ ਕਰਨੀ, ਮਨੁੱਖਾ ਜੀਵਨ ਦੀ ਸਫਲਤਾ ਵਾਸਤੇ ਸ਼ੁਭ ਮਾਰਗ ਤੇ ਚੱਲਣਾ, ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਇਹ ਗੁਰੂ ਸਾਹਿਬ ਦਾ ਸਿਧਾਂਤ ਹੈ। 33 ਸਵਈਆਂ ਵਿੱਚ ਵੀ ਸਤਿਗੁਰੂ ਕਲਗੀਧਰ ਜੀ ਮਹਾਰਾਜ ਉਸੇ ਸਿਧਾਂਤ ਦੀ ਪ੍ਰੋੜਤਾ ਕਰ ਰਹੇ ਨੇ। ਇਹ ਜੋ ਸਵਈਏ ਚੱਲ ਰਹੇ ਨੇ, ਇਹਨਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਚੱਲ ਰਿਹਾ, ਪਰਮੇਸ਼ਰ ਦਾ।
ਉਹਦੇ ਗੁਣ ਗਾਏ ਜਾ ਰਹੇ ਨੇ, ਕਿਉਂਕਿ ਸਾਡਾ ਸਾਰਿਆਂ ਦਾ ਇੱਕੋ ਇੱਕ ਪ੍ਰਯੋਜਨ ਹੈ, ਇੱਕੋ ਇੱਕ ਮਿਸ਼ਨ ਹੈ, ਇੱਕੋ ਇੱਕ ਟਾਰਗੇਟ ਹੈ। ਅਸੀਂ ਸਾਰਿਆਂ ਨੇ ਉਹਦਾ ਨਾਮ ਜਪਣਾ ਹੀ ਜਪਣਾ ਹੈ, ਤਾਂ ਹੀ ਸਾਡਾ ਕਲਿਆਣ ਹੈ, ਦੂਸਰਾ ਕੋਈ ਨਿਸ਼ਾਨਾ ਨਹੀਂ। ਸੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਔਰ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਇੱਕੋ ਹੀ ਸਿਧਾਂਤ ਹੈ, ਨਾਮ ਜਪੋ ਪਰਮੇਸ਼ਰ ਦਾ। ਹੁਣ ਸਾਹਿਬ ਕਲਗੀਧਰ ਪਿਤਾ ਜੀ ਉਸ ਪਰਮਾਤਮਾ ਦੇ ਬੇਅੰਤ ਗੁਣਾਂ ਵਿੱਚੋਂ ਉਹਦਾ ਹੀ ਬਖਿਆਨ ਕਰੀ ਜਾ ਰਹੇ ਨੇ। ਸੁਣੋ ਪਿਆਰ ਨਾਲ ਸਾਰੀ ਸੰਗਤ, ਆਖੋ ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਦ ਅਗਾਧ ਅਛੇਦ ਅਭੇਦ। ਮਹਾਰਾਜ ਕਹਿੰਦੇ ਜੋ ਸਾਰਿਆਂ ਦਾ ਮੂਲ ਹੈ, ਸਾਰਿਆਂ ਦਾ ਆਦ ਹੈ, ਮੁੱਢ ਹੈ ਵਾਹਿਗੁਰੂ, ਉਹ ਮੁੱਢ ਤੋਂ ਹੀ ਅਗਾਧ ਹੈ। ਅਗਾਧ ਦਾ ਮਤਲਬ ਹੈ ਜਿਹਦੀ ਡੂੰਘਾਈ ਨੂੰ, ਜਿਹਦੀ ਲੰਬਾਈ ਔਰ ਚੜਾਈ ਨੂੰ, ਉਚਾਈ ਨੂੰ ਕੋਈ ਜਾਣ ਨਾ ਸਕੇ। ਸਮੁੰਦਰ ਨੂੰ ਅਗਾਧ ਕਹਿੰਦੇ ਨੇ, ਕਿਉਂਕਿ ਸਮੁੰਦਰ ਦੇ ਵਿੱਚੋਂ ਅਸੀਂ ਨਾਪ ਨਹੀਂ ਸਕਦੇ ਵੀ ਕਿੰਨੀ ਡੂੰਘਾਈ ਹੈ, ਕਿੰਨੀ ਲੰਬਾਈ ਚੜਾਈ ਹੈ। ਸਾਡੀ ਪਹੁੰਚ ਤੋਂ ਪਰੇ ਹੈ। ਸਾਡੇ ਲਈ ਸਮੁੰਦਰ ਅਗਾਧ ਹੈ। ਉਹਦੀ ਡੂੰਘਾਈ ਦਾ ਸਾਨੂੰ ਕੀ ਪਤਾ ਕਿੰਨੀ ਡੂੰਘਾਈ ਹੈ। ਇਹ ਸਮੁੰਦਰ ਜਿਹੜਾ ਖਾਲਸਾ ਜੀ ਦੇਖੋ, ਆ ਪਿੱਛੇ ਜੀ ਸਮੁੰਦਰ 'ਚ ਜਹਾਜ਼ ਡਿੱਗਿਆ, ਕਹਿੰਦੇ ਪਤਾ ਨਹੀਂ ਲੱਗਾ ਕਿੱਥੇ ਚਲਾ ਗਿਆ, ਕਿਉਂਕਿ ਸਮੁੰਦਰ ਦੀ ਡੂੰਘਾਈ, ਲੰਬਾਈ, ਚੜਾਈ ਬੇਅੰਤ ਹੈ, ਵਿਸ਼ਾਲ ਹੈ, ਉਹਦਾ ਕੋਈ ਅੰਤ ਨਹੀਂ। ਭਾਵੇਂ ਸਾਇੰਸਦਾਨ ਸਮੁੰਦਰ ਦੇ ਵਿੱਚੋਂ ਬੜੀ ਖੋਜ ਕਰਦੇ ਰਹਿੰਦੇ ਆ, ਭਾਲ ਕਰਦੇ ਰਹਿੰਦੇ ਆ, ਡੂੰਘਾਈ ਨਾਪਣ ਦੀ ਕੋਸ਼ਿਸ਼ ਵੀ ਕਰਦੇ ਆ, ਫੇਰ ਵੀ ਨਹੀਂ ਨਾਪੀ ਜਾਂਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਲਾਰ ਰਾਗ ਵਿੱਚ ਬਚਨ ਆਉਂਦਾ ਹੈ, ਆਹ ਜਿਹੜੇ 7 ਸਮੁੰਦਰ ਨੇ ਨਾ, ਇਹਨਾਂ ਦਾ ਪਾਣੀ ਸਾਡੇ ਵਾਸਤੇ ਤਾਂ ਬਹੁਤ ਹੈ, ਪਰ ਰੱਬ ਵਾਸਤੇ ਬੜਾ ਥੋੜਾ ਹੈ। ਪਰਮਾਤਮਾ ਦੇ ਸਾਹਮਣੇ ਇਸ ਪਾਣੀ ਦੀ ਕੋਈ ਬੁੱਕਤ ਨਹੀਂ। ਚੁਲੀ ਜਿੰਨਾ ਪਾਣੀ ਹੈ 7 ਸਮੁੰਦਰਾਂ ਦਾ। ਆਖੋ ਸ੍ਰੀ ਵਾਹਿਗੁਰੂ। ਰੱਬ ਦੇ ਸਾਹਮਣੇ ਸਾਡੇ ਲਈ ਬਹੁਤ ਹੈ। ਕੀੜੀ ਵਾਸਤੇ ਚੱਪੜੀ ਦਾ ਪਾਣੀ ਵੀ ਬਹੁਤ ਹੁੰਦਾ, ਉਹ ਨਹੀਂ ਟੱਪ ਸਕਦੀ। ਇੱਕ ਚਮਚਾ ਪਾਣੀ ਹੋਵੇ, ਕੀੜੀ ਉਹਨੂੰ ਨਹੀਂ ਟੱਪ ਸਕਦੀ। ਕੀੜੀ ਵਾਸਤੇ ਚਮਚੇ ਦਾ ਪਾਣੀ ਸਮੁੰਦਰ ਹੁੰਦਾ, ਗਲਾਸ ਦਾ ਪਾਣੀ ਸਮੁੰਦਰ ਹੁੰਦਾ ਕੀੜੀ ਵਾਸਤੇ। ਪਰ ਬੰਦੇ ਵਾਸਤੇ ਆ ਜਿਹੜਾ ਵੱਡਾ ਸਮੁੰਦਰ ਸਾਨੂੰ ਨਜ਼ਰ ਆਉਂਦਾ ਨਾ, ਬਹੁਤ ਵੱਡਾ, ਅਕਾਲ ਪੁਰਖ ਦੇ ਵਾਸਤੇ ਇੰਨਾ ਕੁ ਹੈ। ਭਗਤਾਂ ਦੀ ਬਾਣੀ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਪੰਕਤੀ ਆਈ ਹੈ, ਸਪਤ ਸਮੁੰਦ ਜਾਚੈ ਘੜਥਲੀ, ਸੋ ਐਸਾ ਰਾਜਾ ਸ੍ਰੀ ਨਰ ਹਰੀ। ਘੜਥਲੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਤਾਂ ਕੜਵੰਜੀ ਦਾ ਵੀ ਪਤਾ ਨਹੀਂ ਹੋਣਾ, ਪਰ ਮਾਈਆਂ ਬੀਬੀਆਂ ਔਰ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ ਕਿ ਅੱਜ ਤੋਂ 30 ਸਾਲ ਪਹਿਲਾਂ ਆਪਣੇ ਪਿੰਡਾਂ ਦੇ ਵਿੱਚ, ਪੰਜਾਬ ਦੇ ਵਿੱਚ ਘੜਾ ਰੱਖਣ ਵਾਸਤੇ ਇੱਕ ਲੱਕੜ ਦੀ ਕੜਵੰਜੀ ਬਣਾਉਂਦੇ ਸੀਗੇ। ਪੁਰਾਣੇ ਜ਼ਮਾਨਿਆਂ ਤੋਂ ਚਲੀ ਆ ਰਹੀ ਸੀ। ਘੜੇ ਦੇ ਥੱਲੇ ਇੱਕ ਚੌਖੜਾ ਜਿਹਾ ਬਣਾ ਕੇ ਰੱਖਿਆ ਹੁੰਦਾ ਸੀ, 4 ਡੰਡੇ ਲਾ ਕੇ, 4 ਫੱਟੀਆਂ ਲਾ ਕੇ, ਉਹਨੂੰ ਕਹਿੰਦੇ ਸੀ ਕੜਵੰਜੀ, ਘੜਥਲੀ, ਘੜੇ ਦਾ ਥੱਲਾ। ਆਖੋ ਸ੍ਰੀ ਵਾਹਿਗੁਰੂ। ਜਦੋਂ ਘੜੇ 'ਚੋਂ ਪਾਣੀ ਕੱਢੀਦਾ ਸੀ ਨਾ, ਛਲਕਾ ਵੱਜ ਕੇ ਜਾਂ ਥੋੜ੍ਹਾ ਜਿਹਾ ਪਾਣੀ ਡੁੱਲ ਜਾਂਦਾ ਸੀ ਤੇ ਉਹ ਜਾ ਕੇ ਕੜਵੰਜੀ ਤੇ ਗਿਰਦਾ ਸੀ। ਉਹ ਕਿੰਨਾ ਕੁ ਪਾਣੀ ਹੁੰਦਾ ਸੀ, ਚਮਚਾ 2 ਚਮਚੇ, ਬਹੁਤਾ ਨਹੀਂ ਡੁੱਲਣ ਦਿੰਦੇ ਸੀ, ਕਿਉਂਕਿ ਪਾਣੀ ਦੀ ਬੜੀ ਬੁੱਕਤ ਹੁੰਦੀ ਸੀ। ਪਾਣੀ ਬਹੁਤ ਦੂਰੋਂ ਲਿਆਉਣਾ ਪੈਂਦਾ ਸੀ। ਖੂਹਾਂ ਤੋਂ ਪਾਣੀ ਲਿਆ ਕੇ ਮਾਈਆਂ ਬੀਬੀਆਂ ਘੜਾ ਭਰ ਕੇ ਰੱਖ ਲੈਂਦੀਆਂ ਸੀ। ਉਹ ਹੀ ਸਾਰਾ ਦਿਨ ਪੀਣਾ, ਉਹਦੇ ਨਾਲ ਹੀ ਆਟਾ ਗੁੰਨਣਾ, ਦਾਲ ਸਬਜ਼ੀ ਬਣਾਉਣੀ। ਪਾਣੀ ਦੀ ਬਹੁਤ ਕਿੱਲਤ ਹੁੰਦੀ ਸੀ ਤੇ ਇਸ ਕਰਕੇ ਪਾਣੀ ਬਹੁਤਾ ਤੇ ਡੁੱਲਣ ਨਹੀਂ ਸੀ ਦਿੰਦੇ, ਪਰ ਫਿਰ ਵੀ ਥੋੜ੍ਹਾ ਡੁੱਲ ਜਾਂਦਾ ਸੀ ਤੇ ਉਹ ਜਾ ਕੇ ਕੜਵੰਜੀ ਗਿੱਲੀ ਹੋ ਜਾਂਦੀ ਸੀ। ਕੜਵੰਜੀ ਜਿੰਨੀ ਕੁ ਗਿੱਲੀ ਹੁੰਦੀ ਸੀ
ਤੁਸੀਂ ਸਾਰੇ ਸਮਝਦਾਰ ਸਿਆਣੇ ਹੋ, ਮੇਰੀ ਗੱਲ ਸਮਝ ਗਏ ਹੋਣੇ ਹੋ ਵੀ ਘੜੇ ਦੇ ਵਿੱਚੋਂ ਕਿੰਨਾ ਕੁ ਪਾਣੀ ਡੁੱਲਣ ਨਾਲ ਕੜਵੰਜੀ ਗਿੱਲੀ ਹੁੰਦੀ ਹੈ। ਚਮਚਾ 2 ਚਮਚੇ ਸਾਰਾ ਤਾਂ ਡੁੱਲਣ ਨਹੀਂ ਦਿੰਦੇ ਹੋ, ਜਾਂ ਉਹਦੇ 'ਚ ਥੋੜ੍ਹਾ ਬਾੜਾ ਪਾਣੀ ਸਿਮ ਜਾਵੇ ਤਾਂ ਕੜਵੰਜੀ ਗਿੱਲੀ ਹੁੰਦੀ ਹੈ। ਭਗਤਾਂ ਦੀ ਬਾਣੀ 'ਚ ਗੁਰੂ ਗ੍ਰੰਥ ਸਾਹਿਬ ਭਗਤ ਨਾਮਦੇਵ ਜੀ ਦੇ ਬਚਨ ਨੇ, ਕਹਿੰਦੇ ਆਹ ਜਿਹੜਾ 7 ਸਮੁੰਦਰ ਤੁਸੀਂ ਦੇਖ ਰਹੇ ਹੋ ਨਾ, ਹਿੰਦ ਮਹਾਸਾਗਰ, ਅਰਬ ਮਹਾਸਾਗਰ, ਚੀਨ ਦਾ ਸਾਗਰ, ਇੱਧਰ ਜਿਹੜੇ ਬਾਹਰਲੇ ਮੁਲਕਾਂ ਦੇ ਸਾਰੇ 7 ਸਮੁੰਦਰ ਨੇ, ਸਾਰੇ ਮੁਲਕਾਂ ਦੇ ਆਲੇ ਦੁਆਲੇ 7 ਸਮੁੰਦਰ, ਇਹ ਪਰਮਾਤਮਾ ਦੇ ਘਰ ਦੀ ਕੜਵੰਜੀ ਵੀ ਨਹੀਂ ਗਿੱਲੀ ਕਰ ਸਕਦੇ। ਇੰਨੀ ਕੁ ਬੁੱਕਤ ਹੈ ਇਹਨਾਂ ਦੀ ਪਰਮਾਤਮਾ ਦੇ ਸਾਹਮਣੇ, ਵਾਹਿਗੁਰੂ ਦੇ ਘਰ ਦੇ ਵਿੱਚ, ਕਿ ਸਿਰਫ ਉਹਦੇ ਘਰ ਦੀ ਕੜਵੰਜੀ ਨੂੰ ਗਿੱਲਾ ਕਰਨ ਜੋਗੇ ਨੇ, ਘੜਾ ਭਰਨ ਜੋਗੇ ਨਹੀਂ। ਇਹ 7 ਸਮੁੰਦਰ, ਉਹਦਾ ਘੜਾ ਕਿੱਡਾ ਕੁ ਹੋਏਗਾ। ਸਬਦ ਸਮੁੰਦ ਜਾਚਾ ਘੜਥਲੀ, ਸੋ ਐਸਾ ਰਾਜਾ ਸ੍ਰੀ ਨਰ ਹਰੀ, ਐਸਾ ਹੋਇਆ ਵਾਹਿਗੁਰੂ। ਜਿਹੜਾ ਐਡਾ ਵੱਡਾ ਹੈ, ਇਹ ਸਮੁੰਦਰ ਦੀ ਡੂੰਘਾਈ ਸਾਨੂੰ ਨਹੀਂ ਪਤਾ ਲੱਗਦੀ, ਉਹਦੀ ਡੂੰਘਾਈ ਦਾ ਕੀ ਪਤਾ ਲਾਵਾਂਗੇ। ਉਹ ਪਰਮਾਤਮਾ ਦੀ ਡੂੰਘਾਈ ਬਹੁਤ ਜ਼ਿਆਦਾ ਹੈ। ਆਦ ਅਗਾਧ ਮੁੱਢ ਤੋਂ ਹੀ ਪਰਮਾਤਮਾ ਬਹੁਤ ਡੂੰਘਾ ਹੈ, ਬਹੁਤ ਗਹਿਰਾ ਹੈ। ਅਛੇਦ ਅਭੇਦ, ਔਰ ਕਿਸੇ ਦੁਆਰਾ ਛੇਦਿਆ ਨਹੀਂ ਜਾ ਸਕਦਾ। ਉਸ ਪਰਮਾਤਮਾ ਨੂੰ ਕੋਈ ਸ਼ਸਤਰ ਕੱਟ ਨਹੀਂ ਸਕਦਾ। ਨੈਨਮ ਛਿਦੰਤੀ ਸ਼ਸਤਰਾਣੀ, ਹਜ਼ਾਰਾਂ ਸ਼ਸਤਰ ਉਸ ਨੂੰ ਨਹੀਂ ਛੇਦ ਸਕਦੇ। ਤੀਰਾਂ ਗੋਲੀਆਂ ਨਾਲ ਪਰਮਾਤਮਾ ਦਾ ਸਰੂਪ ਨਹੀਂ ਵਿੰਨਿਆ ਜਾ ਸਕਦਾ। ਤਲਵਾਰਾਂ ਬਰਛੀਆਂ ਕਟਾਰਾਂ ਨਾਲ ਨਹੀਂ ਚੀਰਿਆ ਜਾ ਸਕਦਾ। ਹਜ਼ਾਰਾਂ ਲੱਖਾਂ ਸ਼ਸਤਰ ਉਸ ਨੂੰ ਨਹੀਂ ਕੱਟ ਸਕਦੇ। ਅਛੇਦ ਹੈ, ਛੇਦਿਆ ਨਹੀਂ ਜਾ ਸਕਦਾ। ਅਭੇਦ, ਜਿਸ ਦਾ ਭੇਦ ਕੋਈ ਪਾ ਨਹੀਂ ਸਕਦਾ। ਉਹਦੀ ਗਹਿਰਾਈ ਨੂੰ ਕੋਈ ਨਹੀਂ ਜਾਣ ਸਕਦਾ, ਉਹਦਾ ਭੇਦ ਕੋਈ ਨਹੀਂ ਪਾ ਸਕਦਾ, ਔਰ ਉਹਦੇ ਵਿੱਚ ਭੇਦ ਨਹੀਂ ਕੋਈ ਪਾ ਸਕਦਾ। ਇਹ ਵੀ ਅਰਥ ਹੈ। ਭੇਦ 3 ਪ੍ਰਕਾਰ ਦਾ ਹੈ, ਸਜਾਤੀ, ਵਿਜਾਤੀ, ਸਵੈਗਤ। 3 ਪ੍ਰਕਾਰ ਦਾ ਭੇਦ ਵਿਦਵਾਨਾਂ ਨੇ ਕਥਨ ਕੀਤਾ ਹੈ। ਇੱਕੋ ਜਾਤੀ ਦੇ ਵਿੱਚ ਬਹੁਤ ਸਾਰੇ ਬੰਦੇ ਹੋਣੇ, ਇੱਕੋ ਜਾਤੀ ਦੇ ਘੋੜੇ, ਇੱਕੋ ਜਾਤੀ ਦੇ ਹਾਥੀ, ਇੱਕੋ ਜਾਤੀ ਦੇ ਪਸ਼ੂ ਵੱਖੋ ਵੱਖ ਹਨ। ਇੱਕ ਘੋੜੇ ਤੋਂ ਦੂਸਰਾ ਘੋੜਾ ਵੱਖਰਾ, ਉਹਦਾ ਫਰਕ ਹੈ ਤਾਂ ਘੋੜਾ, ਪਰ 2 ਨੇ, 4 ਨੇ, 6 ਨੇ, ਫਰਕ ਹੈ। ਉਹਨੂੰ ਕਹਿੰਦੇ ਸਜਾਤੀ ਭੇਦ। ਇੱਕ ਹੁੰਦਾ ਵਿਜਾਤੀ ਭੇਦ, ਇੱਕ ਜਾਤ ਦਾ ਦੂਸਰੀ ਜਾਤ ਨਾਲ ਭੇਦ ਹੋਣਾ, ਜਿਵੇਂ ਘੋੜੇ ਦਾ, ਗਧੇ ਦਾ, ਹਾਥੀ ਦਾ, ਕੁੱਤੇ ਦਾ, ਸਾਰਿਆਂ ਦਾ ਵੱਖਰਾ ਵੱਖਰਾ ਭੇਦ ਹੈ। ਇੱਕ ਹੁੰਦਾ ਸਵੈਗਤ ਭੇਦ, ਇੱਕੋ ਸਰੀਰ ਦੇ ਵਿੱਚ ਹੱਥ ਦੀਆਂ ਉਂਗਲਾਂ ਲੰਬੀਆਂ ਨੇ, ਪੈਰਾਂ ਦੀਆਂ ਛੋਟੀਆਂ ਨੇ, ਗੋਡਿਆਂ ਦੀ ਬਣਾਵਟ ਹੋਰ ਹੈ, ਗਿੱਟਿਆਂ ਦੀ ਹੋਰ ਹੈ, ਕੋਹਣੀਆਂ ਦੀ ਹੋਰ ਹੈ, ਮੋਢਿਆਂ ਦੀ ਹੋਰ ਹੈ, ਨੱਕਾਂ ਦੀ ਹੋਰ ਹੈ, ਅੱਖਾਂ ਦੀ ਹੋਰ ਹੈ, ਕੰਨਾਂ ਦੀ ਹੋਰ ਹੈ। ਇਹਨੂੰ ਕਹਿੰਦੇ ਸਵੈਗਤ ਭੇਦ। ਪਰਮਾਤਮਾ ਦੇ ਸਰੂਪ ਦੇ ਵਿੱਚ ਨਾ ਸਜਾਤੀ ਭੇਦ ਹੈ, ਨਾ ਵਿਜਾਤੀ ਭੇਦ ਹੈ, ਨਾ ਸਵੈਗਤ ਭੇਦ ਹੈ। ਪਰਮਾਤਮਾ ਦੇ ਸਜਾਤੀ ਭੇਦ ਕਿਵੇਂ ਨਹੀਂ? ਪਰਮਾਤਮਾ ਵਰਗਾ ਪਰਮਾਤਮਾ ਹੋਰ ਕੋਈ ਨਹੀਂ। ਜਿਵੇਂ ਇੱਕ ਬੰਦੇ ਵਰਗਾ ਦੂਸਰਾ ਬੰਦਾ ਹੁੰਦਾ ਹੈ, ਇੱਕ ਪਹਿਲਵਾਨ ਵਰਗਾ ਦੂਸਰਾ ਪਹਿਲਵਾਨ ਹੁੰਦਾ ਹੈ, ਇੱਕ ਘੋੜੇ ਵਰਗਾ ਦੂਸਰਾ ਘੋੜਾ ਹੁੰਦਾ ਹੈ, ਇੱਕ ਹਾਥੀ ਵਰਗਾ ਦੂਸਰਾ ਹਾਥੀ ਵੀ ਹੁੰਦਾ ਹੈ, ਰੱਬ ਵਰਗਾ ਦੂਸਰਾ ਰੱਬ ਕੋਈ ਨਹੀਂ। ਵਿਜਾਤੀ ਹੁੰਦੀ ਹੈ ਵੀ ਘੋੜੇ ਦਾ ਤੇ ਹਾਥੀ ਦਾ, ਹੋਰ ਜੀਵਾਂ ਦਾ ਫਰਕ ਹੋਣਾ, ਦੂਸਰੀ ਜਾਤੀ ਦਾ ਹੋਣਾ। ਰੱਬ ਤੋਂ ਦੂਸਰੀ ਜਾਤੀ ਦਾ ਰੱਬ ਵੀ ਕੋਈ ਨਹੀਂ। ਐਸਾ ਵੀ ਨਹੀਂ ਹੈ ਵੀ ਉਸ ਤੋਂ ਉਲਟੇ ਕਿਸਮ ਦਾ ਕੋਈ ਹੋਰ ਵੱਖਰੇ ਢੰਗ ਦਾ ਰੱਬ ਹੋਵੇ, ਵੱਖਰੇ ਢੰਗ ਦਾ ਰੱਬ ਵੀ ਕੋਈ ਨਹੀਂ। ਔਰ ਰੱਬ ਦੇ ਆਪਣੇ ਸਰੂਪ ਦੇ ਵਿੱਚ ਵੀ ਉਹਦੀਆਂ ਬਣਾਵਟਾਂ ਵੱਖਰੀਆਂ ਵੱਖਰੀਆਂ ਨਹੀਂ ਹਨ, ਵੀ ਹੱਥ ਵੱਖਰੇ ਹੋਣਗੇ, ਪੈਰ ਵੱਖਰੇ ਹੋਣਗੇ, ਇੱਦਾਂ ਨਹੀਂ। ਉਹ ਜੋਤੀ ਸਰੂਪ ਇੱਕੋ ਜਿਹਾ ਹੀ ਹੈ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਅਭੇਦ ਹੈ, ਭੇਦ ਤੋਂ ਰਹਿਤ ਹੈ। ਸਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ।
ਹਾਂਜੀ। ਅਲੇਖ ਅਭੇਖ ਅਨਾਹਦ ਜਾਨਾ। ਅਲੇਖ ਕਿਸੇ ਲੇਖ ਵਿੱਚ ਨਹੀਂ ਲਿਖਿਆ ਜਾ ਸਕਦਾ। ਵੱਡੇ ਵੱਡੇ ਵਿਦਵਾਨ ਲਿਖਾਰੀ ਗਣੇਸ਼ ਵਰਗੇ ਲਿਖ ਲਿਖ ਕੇ ਚਲੇ ਗਏ ਨੇ, ਪਰਮੇਸ਼ਰ ਦਾ ਸਰੂਪ ਨਹੀਂ ਲਿਖਿਆ ਜਾ ਸਕਿਆ। ਕਬੀਰ ਸਾਤ ਸਮੁੰਦ ਹੈ ਬਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਸੱਤਾਂ ਸਮੁੰਦਰਾਂ ਦੀ ਮੈਂ ਸਿਆਹੀ ਬਣਾ ਲਵਾਂ, ਸਾਰੀ ਸ੍ਰਿਸ਼ਟੀ ਦੀਆਂ ਜਿੰਨੇ ਦਰਖਤ ਹਨ ਕਲਮਾਂ ਘੜ ਲਵਾਂ, ਸਾਰੀ ਧਰਤੀ ਦਾ ਕਾਗਜ਼ ਬਣਾ ਲਵਾਂ ਤੇ ਗਣੇਸ਼ ਵਰਗੇ ਲਿਖਾਰੀ ਕੋਲੋਂ ਲਿਖਵਾਵਾਂ, ਫੇਰ ਵੀ ਵਾਹਿਗੁਰੂ ਪਰਮਾਤਮਾ ਦਾ ਰੂਪ ਨਹੀਂ ਲਿਖਿਆ ਜਾ ਸਕਦਾ। ਅਲੇਖ ਹੈ। ਕਿਸੇ ਤਸਵੀਰ ਬਣਾਉਣ ਵਾਲੇ ਮੁਸੱਵਰ ਕੋਲੋਂ, ਚਿੱਤਰਕਾਰ ਕੋਲੋਂ, ਕਿਸੇ ਪੇਂਟਰ ਕੋਲੋਂ ਵਾਹਿਗੁਰੂ ਦੀ ਪੇਂਟਿੰਗ ਨਹੀਂ ਬਣਾਈ ਜਾ ਸਕਦੀ। ਵਾਹਿਗੁਰੂ ਦਾ ਸਰੂਪ ਨਹੀਂ ਦੱਸਿਆ ਜਾ ਸਕਦਾ। ਅਲੇਖ ਹੈ, ਲਿਖਿਆ ਨਹੀਂ ਜਾ ਸਕਦਾ। ਅਭੇਖ ਸਾਰਿਆਂ ਹੀ ਭੇਖਾਂ ਤੋਂ ਰਹਿਤ ਹੈ। ਦੁਨੀਆ 'ਚ ਹਜ਼ਾਰਾਂ ਕਿਸਮ ਦੇ ਭੇਖ ਹਨ, ਵਰਦੀਆਂ ਹਨ। ਪੁਲਿਸ ਦੀ ਵੱਖਰੀ ਹੈ, ਫੌਜ ਦੀ ਵੱਖਰੀ ਹੈ, ਹਿੰਦੂਆਂ ਦੀ ਵੱਖਰੀ ਹੈ, ਮੁਸਲਮਾਨਾਂ ਦੀ ਵੱਖਰੀ ਹੈ। ਹਰ ਸੰਪਰਦਾਇ ਦੀ, ਹਰ ਜਾਤੀ ਦੀ ਕੋਈ ਨਾ ਕੋਈ ਵਰਦੀ ਹੈ, ਭੇਖ ਹੈ। ਪਰਮੇਸ਼ਰ ਕੋਈ ਭੇਖ ਵਾਲਾ ਨਹੀਂ ਹੈ। ਮਹਾਰਾਜ ਕਹਿੰਦੇ ਕਿਸੇ ਨਾ ਭੇਖ ਭੀਜ ਹੋ, ਕਿਸੇ ਭੇਖ ਤੇ ਭੀਜਦਾ ਨਹੀਂ, ਭਾਵ ਵੀ ਇਸੇ ਭੇਸ ਨੂੰ, ਲਿਬਾਸ ਨੂੰ ਪਸੰਦ ਕਰਦਾ, ਦੂਜੇ ਨੂੰ ਨਹੀਂ, ਐਸੀ ਕੋਈ ਬਾਤ ਨਹੀਂ ਹੈ। ਸਾਰਿਆਂ ਭੇਖਾਂ ਨਾਲ ਪਰਮੇਸ਼ਰ ਪਰਿਪੂਰਨ ਪਰਮਾਤਮਾ ਪ੍ਰੇਮ ਕਰਨ ਵਾਲਾ ਹੈ। ਅਨਾਹਦ ਜਨ, ਹੱਦ ਤੋਂ ਰਹਿਤ ਹੈ, ਅਪਰੰਪਾਰ ਹੈ, ਉਹਦੀ ਕੋਈ ਹੱਦ ਨਹੀਂ। ਕੈਨੇਡਾ ਦੀ ਹੱਦ ਹੈ, ਅਮਰੀਕਾ ਦੀ ਹੱਦ ਹੈ, ਹਿੰਦੁਸਤਾਨ ਦੀ ਹੱਦ ਹੈ, ਪਾਕਿਸਤਾਨ ਦੀ ਹੱਦ ਹੈ, ਧਰਤੀ ਦੀ ਹੱਦ ਹੈ, ਸਮੁੰਦਰ ਦੀ ਹੱਦ ਹੈ, ਪਰ ਪਰਮਾਤਮਾ ਦੀ ਹੱਦ ਕੋਈ ਨਹੀਂ, ਬੇਹੱਦ ਹੈ, ਅਨਾਹਦ ਹੈ। ਜਾਨਾ ਕਹੀਏ ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਜਾਣਿਆ ਹੈ। ਭੂਤ ਭਵਿਖ ਭਵਾਨ ਤੂਹੀ। ਭੂਤ ਕਹਿੰਦੇ ਆ ਜੋ ਸਮਾਂ ਬੀਤ ਚੁੱਕਾ ਹੋਵੇ, ਭਵਿੱਖ ਕਹਿੰਦੇ ਆ ਜੋ ਆਉਣ ਵਾਲਾ ਹੋਵੇ, ਭਵਾਨ ਕਹਿੰਦੇ ਜੋ ਵਰਤ ਰਿਹਾ ਹੋਵੇ। ਤਿੰਨ ਪ੍ਰਕਾਰ ਕਾਲ ਨੂੰ ਮੰਨਿਆ ਗਿਆ ਹੈ। ਭੂਤਕਾਲ ਬੀਤ ਚੁੱਕਾ, ਆਉਣ ਵਾਲਾ ਭਵਿੱਖ ਫਿਊਚਰ, ਵਰਤਮਾਨ ਜੋ ਚੱਲ ਰਿਹਾ ਹੈ ਉਸ ਨੂੰ ਭਵਾਨ ਕਹਿੰਦੇ ਹੈ। ਮਹਾਰਾਜ ਕਹਿੰਦੇ ਪ੍ਰਮਾਤਮਾ ਹੇ ਵਾਹਿਗੁਰੂ, ਭੂਤਕਾਲ ਵਿੱਚ ਵੀ ਤੂੰ ਸੀ, ਆਉਣ ਵਾਲੇ ਸਮੇਂ 'ਚ ਵੀ ਤੂੰ ਹੋਵੇਗਾ, ਔਰ ਅੱਜ ਜੋ ਸਮਾਂ ਚੱਲ ਰਿਹਾ ਵਰਤਮਾਨ, ਇਹਦੇ ਵਿੱਚ ਵੀ ਤੂੰ ਹੀ ਵਰਤ ਰਿਹਾ ਹੈ। ਪਰਮਾਤਮਾ ਸਦਾ ਸਦਾ ਹੀ ਹੈ, ਕਦੀ ਵੱਧ ਘੱਟ ਨਹੀਂ ਹੁੰਦਾ, ਨਾ ਬਾੜ ਹੈ ਨਾ ਘਾਟ ਹੈ, ਨਾ ਬਾੜ ਘਾਟ ਹੋਤ ਹੈ। ਹਾਂਜੀ। ਸਭ ਹੂੰ ਸਭ ਠੌਰਨ ਮੋਹ ਅਨੁਮਾਨਾ। ਸਾਰਿਆਂ ਮਹਾਂਪੁਰਸ਼ਾਂ ਨੇ, ਸਾਧੂਆਂ ਨੇ, ਰਿਸ਼ੀਆਂ ਮੁਨੀਆਂ ਨੇ, ਤਪਸਵੀਆਂ ਨੇ ਸਾਧਨਾ ਕਰਕੇ ਸਭ ਨੂੰ, ਸਭ ਥਾਵਾਂ ਤੇ ਉਸ ਪਰਮੇਸ਼ਰ ਦਾ ਅਨੁਮਾਨ ਲਾ ਲਿਆ ਹੈ। ਅਨੁਮਾਨ ਪ੍ਰਮਾਣ ਹੈ ਸਾਧ ਸੰਗਤ ਜੀ। ਜੈਸੇ ਧੂੰਆਂ ਨਿਕਲਦਾ ਹੋਵੇ, ਧੂਏ ਨੂੰ ਦੇਖ ਕੇ ਪਤਾ ਲੱਗ ਜਾਂਦਾ ਹੈ। ਕੀ ਪਤਾ ਲੱਗਦਾ ਧੂਏ ਨੂੰ ਦੇਖ ਕੇ? ਧੂਏ ਨੂੰ ਦੇਖ ਕੇ ਪਤਾ ਲੱਗਦਾ ਵੀ ਇੱਥੇ ਅੱਗ ਹੋਵੇਗੀ। ਧੂਏ ਤੋਂ ਅੱਗ ਦਾ ਅਨੁਮਾਨ ਜਾਪਦਾ ਹੈ। ਜੇ ਧੂਆਂ ਨਿਕਲ ਰਿਹਾ ਕਿਤੋਂ ਤਾਂ ਅੱਗ ਜ਼ਰੂਰ ਲੱਗੀ ਹੋਏਗੀ, ਧੂਆਂ ਤਾਂ ਹੀ ਨਿਕਲਿਆ। ਅਨੁਮਾਨ ਪ੍ਰਮਾਣ ਹੈ। ਪਰਮਾਤਮਾ ਦਾ ਅਨੁਮਾਨ ਲੱਗਦਾ ਹੈ। ਕਿਸ ਬਾਤ ਤੋਂ ਲੱਗਦਾ ਹੈ? ਕਿ ਪਰਮਾਤਮਾ ਹੈ ਤਾਂ ਹੀ ਇਹ ਸੰਸਾਰ ਹੈ, ਤਾਂ ਹੀ ਅਸੀਂ ਤੁਸੀਂ ਹਾਂ। ਅੰਦਰ ਕੌਣ ਬੋਲ ਰਿਹਾ ਹੈ? ਮਹਾਨਾਸਤਕ ਬੰਦਾ ਹੋਵੇ, ਰੱਬ ਨੂੰ ਨਾ ਮੰਨਦਾ ਹੋਵੇ, ਜੇਕਰ ਉਸ ਨੂੰ ਕਹੀਏ ਵੀ ਤੂੰ ਕੌਣ ਹੈ, ਫਿਰ ਉਸ ਨੂੰ ਮੰਨਣਾ ਪੈਂਦਾ ਵੀ ਰੱਬ ਹੈ। ਆਖੋ ਸ੍ਰੀ ਵਾਹਿਗੁਰੂ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ 1930 ਦੇ ਵਿੱਚ ਲਾਹੌਰ ਦੀ ਸੈਂਟਰਲ ਜੇਲ੍ਹ ਤੋਂ ਰਿਹਾ ਹੋ ਰਹੇ ਸਨ। ਜੇਲ੍ਹ ਦਾ ਸੁਪਰਡੈਂਟ ਮਿਲਿਆ, ਕਹਿਣ ਲੱਗਾ ਭਾਈ ਸਾਹਿਬ ਤੁਹਾਨੂੰ ਸਰਦਾਰ ਭਗਤ ਸਿੰਘ ਹੋਰੀ ਮਿਲਣਾ ਚਾਹੁੰਦੇ ਹੈ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਸਨ ਤੇ ਸ਼ਹੀਦੀ ਹੋਣ ਤੋਂ ਅਜੇ ਥੋੜ੍ਹੇ ਦਿਨ ਰਹਿੰਦੇ ਸਨ, ਫਾਂਸੀ ਦੇਣੀ ਸੀ ਉਹਨਾਂ ਨੂੰ। ਔਰ ਭਾਈ ਸਾਹਿਬ ਉਸ ਦਿਨ ਜੇਲ੍ਹ ਤੋਂ ਰਿਹਾ ਹੋ ਰਹੇ ਸਨ। ਜੇਲ੍ਹ ਸੁਪਰਡੈਂਟ ਨੇ ਕਿਹਾ ਤਾਂ ਚੱਲ ਕੇ ਤੁਸੀਂ ਮਿਲੋ। ਭਾਈ ਰਣਧੀਰ ਸਿੰਘ ਜੀ ਗਏ,
ਜੇਲ੍ਹ ਸੁਪਰਡੈਂਟ ਦੇ ਨਾਲ ਜਾ ਕੇ ਭਗਤ ਸਿੰਘ ਦੀ ਕੋਠੜੀ 'ਚ ਜਾ ਕੇ ਫਤਿਹ ਗਜਾਈ। ਭਗਤ ਸਿੰਘ ਉੱਠਿਆ, ਫਤਿਹ ਬੁਲਾਈ। ਉਹਨੇ ਭਾਈ ਸਾਹਿਬ ਨੂੰ ਪੈਰੀ ਹੱਥ ਲਾਇਆ, ਸਤਿਕਾਰ ਦਿੱਤਾ, ਕਿਉਂਕਿ ਭਾਈ ਨਤੀਰ ਸਿੰਘ ਜੀ ਉਮਰ ਦੇ ਵਿੱਚ ਭਗਤ ਸਿੰਘ ਤੋਂ ਲਗਭਗ 25 ਸਾਲ 20 ਸਾਲ ਵੱਡੇ ਸਨ। ਔਰ ਭਗਤ ਸਿੰਘ ਆਪਣੇ ਤੋਂ ਵੱਡਿਆਂ ਦਾ, ਖਾਸ ਕਰਕੇ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਹੋਰਾਂ ਦਾ ਬਹੁਤ ਸਤਿਕਾਰ ਕਰਦਾ ਸੀ। ਉਹਨਾਂ ਦੀ ਫੋਟੋ ਵੀ ਆਪਣੀ ਜੇਬ 'ਚ ਰੱਖਿਆ ਕਰਦਾ ਸੀ ਔਰ ਕਹਿੰਦਾ ਹੁੰਦਾ ਸੀ ਵੀ ਇਹਨਾਂ ਪੁਰਾਣੇ ਸਿੰਘਾਂ ਦੇ ਕਰਕੇ ਹੀ ਮੈਨੂੰ ਪ੍ਰੇਰਣਾ ਮਿਲੀ ਹੈ, ਮੈਂ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਹੋਇਆ। ਪਰ ਇੱਕ ਦਿੱਕਤ ਸੀ ਕਿ ਭਗਤ ਸਿੰਘ ਦੇ ਵਿਚਾਰ ਕਾਮਰੇਡਾਂ ਵਾਲੇ ਹੋ ਚੁੱਕੇ ਸਨ। ਉਸਨੇ ਕਮਿਊਨਿਸਟਾਂ ਦੀਆਂ ਕਿਤਾਬਾਂ ਪੜ੍ਹ ਕੇ ਰੱਬ ਨੂੰ ਮੰਨਣ ਤੋਂ ਇਨਕਾਰੀ ਹੋ ਗਿਆ ਸੀ। ਭਾਈ ਨਤੀਰ ਸਿੰਘ ਜੀ ਨੇ ਗੱਲਾਂ ਬਾਤਾਂ ਕੀਤੀਆਂ ਤੇ ਪਿਆਰ ਨਾਲ ਪੁੱਛਿਆ, ਸਰਦਾਰ ਭਗਤ ਸਿੰਘ ਜੀ, ਮੈਂ ਆਪ ਜੀ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਵੀ ਤੁਸੀਂ ਦੇਸ਼ ਭਗਤੀ ਨਾਲ ਭਰਪੂਰ ਹੋ, ਫਾਂਸੀ ਦੇ ਤਖਤੇ ਤੇ ਲਟਕਣ ਲਈ ਤਿਆਰ ਹੋ, ਪਰ ਤੁਸੀਂ ਕੇਸ ਕਿਉਂ ਕਟਾਏ ਹੈ? ਕੇਸ ਕਟਾਉਣ ਦਾ ਕਾਰਨ ਕੀ ਹੈ? ਭਗਤ ਸਿੰਘ ਕਹਿਣ ਲੱਗਾ, ਜੀ ਕੇਸ ਕਟਾਏ ਹਨ ਉਹਦਾ ਕਾਰਨ ਇਹ ਹੈ ਵੀ ਹਿੰਦੁਸਤਾਨ ਦੀਆਂ ਅਖਬਾਰਾਂ ਜਿਹੜੀਆਂ ਨੇ ਸਿੱਖੀ ਸਰੂਪ ਦੇ ਵਿੱਚ ਪ੍ਰਚਾਰ ਸਾਡਾ ਘੱਟ ਕਰਦੀਆਂ ਨੇ। ਮੀਡੀਆ ਜੋ ਹੈ ਉਹ ਸਿੱਖੀ ਸਰੂਪ ਦੇ ਵਿੱਚ ਸਾਨੂੰ ਰੋਸ਼ਨ ਨਹੀਂ ਹੋਣ ਦਿੰਦਾ, ਅੱਗੇ ਨਹੀਂ ਆਉਣ ਦਿੰਦਾ। ਇੱਕ ਤਾਂ ਇਹ ਕਾਰਨ ਹੈ। ਮੇਰੇ ਤੋਂ ਪਹਿਲਾਂ ਤੁਹਾਡੇ ਵਰਗੇ ਦੇਸ਼ ਭਗਤਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਪਰ ਤੁਹਾਨੂੰ ਕੋਈ ਜਾਣਦਾ ਨਹੀਂ। ਅੱਜ ਮੈਨੂੰ ਸਾਰੀ ਦੁਨੀਆ ਜਾਣਦੀ ਹੈ। ਭਾਈ ਨਤੀਰ ਸਿੰਘ ਜੀ ਕਹਿਣ ਲੱਗੇ, ਭਗਤ ਸਿੰਘ ਜੀ ਫਿਰ ਤਾਂ ਤੁਹਾਡੀ ਸੋਚ ਥੋੜ੍ਹੀ ਦੁਨਿਆਵੀ ਵਡਿਆਈ ਵਾਲੀ ਹੈ ਵੀ ਦੁਨਿਆਵੀ ਸ਼ੋਹਰਤ ਪਿੱਛੇ ਤੁਸੀਂ ਕੇਸ ਕਟਾ ਦਿੱਤੇ। ਉਹ ਕਹਿਣ ਲੱਗਾ, ਇਹ ਗੱਲ ਨਹੀਂ ਹੈ, ਇੱਕ ਹੋਰ ਗੱਲ ਵੀ ਹੈ। ਕਹਿੰਦੇ ਦੱਸੋ? ਕਹਿੰਦੇ ਗੱਲ ਇਹ ਹੈ ਕਿ ਮੈਂ ਰੱਬ ਨੂੰ ਨਹੀਂ ਮੰਨਦਾ, ਮੈਂ ਕਿਸੇ ਧਰਮ 'ਚ ਵਿਸ਼ਵਾਸ ਨਹੀਂ ਕਰਦਾ, ਮੈਨੂੰ ਪਰਮਾਤਮਾ ਤੇ ਜਾਂ ਉਹਦੇ ਧਰਮਾਂ ਉੱਤੇ ਕੋਈ ਭਰੋਸਾ ਨਹੀਂ ਹੈ। ਭਾਈ ਸਾਹਿਬ ਕਹਿਣ ਲੱਗੇ, ਫਿਰ ਤਾਂ ਤੁਹਾਨੂੰ ਕੇਸ ਰਖਾਉਣ ਦਾ ਫਾਇਦਾ ਹੀ ਕੋਈ ਨਹੀਂ। ਕੇਸ ਰੱਖੇ ਹੋਣ ਭਾਵੇਂ ਨਾ ਰੱਖੇ ਹੋਣ, ਜੇ ਰੱਬ ਨੂੰ ਹੀ ਨਹੀਂ ਮੰਨਦਾ ਤਾਂ ਕੇਸ ਰੱਖਣ ਦਾ ਕੀ ਫਾਇਦਾ? ਕਿਉਂਕਿ ਕੇਸ ਤਾਂ ਰੱਖਣੇ ਆ ਵੀ ਉਹਦਾ ਭਾਣਾ ਮੰਨਣਾ, ਉਹਦੇ ਸਰੂਪ ਨੂੰ ਸਾਂਭਣਾ। ਜੇ ਉਹਨੂੰ ਹੀ ਨਹੀਂ ਮੰਨਿਆ ਤੇ ਭਾਣਾ ਕਿਹਦਾ ਮੰਨਣਾ? ਕਹਿਣ ਲੱਗਾ, ਹੋਰ ਭਾਵੇਂ ਜੋ ਮਰਜ਼ੀ ਕਹੋ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਬਹੁਤ ਸਤਿਕਾਰ ਕਰਦਾ, ਤੁਹਾਡਾ ਵੀ ਕਰਦਾ, ਪਰ ਮੈਂ ਰੱਬ ਦੇ ਵਿੱਚ ਵਿਸ਼ਵਾਸ ਨਹੀਂ ਕਰ ਸਕਦਾ, ਮੈਂ ਰੱਬ ਨੂੰ ਨਹੀਂ ਮੰਨ ਸਕਦਾ, ਰੱਬ ਦੇ ਵਿੱਚ ਮੇਰਾ ਵਿਸ਼ਵਾਸ ਨਹੀਂ ਬਣ ਸਕਦਾ। ਭਾਈ ਨਤੀਰ ਸਿੰਘ ਜੀ ਕਹਿਣ ਲੱਗੇ, ਠੀਕ ਹੈ, ਜੇ ਤੁਹਾਡਾ ਰੱਬ 'ਚ ਵਿਸ਼ਵਾਸ ਨਹੀਂ ਬਣਦਾ, ਪਰ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ, ਜਰਾ ਸੋਚ ਕੇ ਜਵਾਬ ਦਿਆ ਜੇ। ਭਾਈ ਨਤੀਰ ਸਿੰਘ ਜੀ ਕਹਿੰਦੇ ਆ ਵੀ ਭਗਤ ਸਿੰਘ ਜੀ ਤੁਸੀਂ ਕੌਣ ਹੋ? ਇੰਨਾ ਹੀ ਬਚਨ ਹੈ ਵੀ ਤੁਸੀਂ ਕੌਣ ਹੋ? ਤੂੰ ਕੌਣ ਹੈ? ਪਹਿਲੀ ਵਾਰ ਇਸ ਬੰਦੇ ਦੇ ਸਾਹਮਣੇ ਸਵਾਲ ਆਇਆ ਵੀ ਮੈਂ ਕੌਣ ਹਾਂ। ਕਦੀ ਸੋਚਿਆ ਹੀ ਨਹੀਂ ਸੀ। ਅੱਖਾਂ ਬੰਦ ਹੋ ਗਈਆਂ। ਨਾਸਤਿਕ ਲੋਕ ਅੱਖਾਂ ਬੰਦ ਕਰਨ ਨੂੰ ਪਖੰਡ ਕਹਿੰਦੇ ਆ, ਪਰ ਜਿੰਨਾ ਚਿਰ ਅੱਖਾਂ ਬੰਦ ਨਹੀਂ ਹੁੰਦੀਆਂ ਬੰਦਾ ਅੰਦਰ ਨਹੀਂ ਦੇਖ ਸਕਦਾ, ਬਾਹਰ ਹੀ ਦੇਖੀ ਜਾਏਗਾ। ਅੱਖਾਂ ਬੰਦ ਕਰਕੇ ਨਾਮ ਜਪਣ ਦਾ ਇਹੀ ਫਾਇਦਾ ਹੈ ਵੀ ਬੰਦਾ ਆਪਣੇ ਅੰਦਰ ਦੇ ਫੁਰਨਿਆਂ ਨੂੰ, ਆਪਣੇ ਸੰਕਲਪਾਂ ਵਿਕਲਪਾਂ ਨੂੰ ਦੇਖਣ ਜੋਗਾ ਬਣ ਜਾਂਦਾ। ਗੁਰੂ ਸਾਹਿਬ ਨੇ ਅੱਖਾਂ ਬੰਦ ਕਰਨ ਦਾ ਖੰਡਨ ਉੱਥੇ ਕੀਤਾ ਜਿੱਥੇ ਕੋਈ ਪਖੰਡ ਲਈ ਕਰਦਾ ਹੋਵੇ, ਵਿਖਾਵੇ ਲਈ ਕਰਦਾ ਹੋਵੇ। ਅੱਖਾਂ ਬੰਦ ਕੀਤੀਆਂ ਪਰ ਇਹ ਸੋਚਦਾ ਹੋਵੇ ਵੀ ਲੋਕ ਮੈਨੂੰ ਮੱਥਾ ਟੇਕਣ ਵੀ ਮੈਂ ਅੱਖਾਂ ਬੰਦ ਕੀਤੀਆਂ, ਉੱਥੇ ਅੱਖਾਂ ਬੰਦ ਕਰਨਾ ਪਖੰਡ ਹੈ। ਪਰ ਜੇ ਕੋਈ ਆਪਣੇ ਅੰਦਰ ਦਾ ਪਾਠ ਪੜ੍ਹ ਰਿਹਾ ਹੈ, ਆਪਣੇ ਅੰਦਰ ਦਾ ਚਿੰਤਨ ਕਰ ਰਿਹਾ ਹੈ, ਤਾਂ ਅੱਖਾਂ ਬੰਦ ਕਰਨੀਆਂ ਇੱਕ ਸਾਧਨ ਵੀ ਹੈ। ਆਖੋ ਸ੍ਰੀ ਵਾਹਿਗੁਰੂ। ਔਰ ਜਦੋਂ ਬੰਦਾ ਆਪਣੇ ਬਾਰੇ ਸੋਚੇਗਾ ਮੈਂ ਕੌਣ ਹਾਂ, ਤਾਂ ਸੁਤੇ ਸਿਰ ਉਹਦੀ ਅੱਖ ਬੰਦ ਹੋਏਗੀ। ਭਗਤ ਸਿੰਘ ਪਹਿਲੀ ਵਾਰ ਅੱਜ ਅੱਖਾਂ ਬੰਦ ਕੀਤੀਆਂ ਔਰ 15 ਮਿੰਟ ਅੱਖਾਂ ਬੰਦ ਕਰਕੇ ਸੋਚਦਾ ਰਿਹਾ ਇਸ ਸਵਾਲ ਦਾ ਜਵਾਬ ਮੈਂ ਕੀ ਦਿਆਂ, ਮੈਂ ਕੌਣ ਹਾਂ। ਬਾਣੀ ਕਹਿੰਦੀ ਹੈ, ਸੁਨੋ ਰੇ ਤੂੰ ਕੌਣ, ਕਹਾਂ ਤੇ ਆਇਓ। ਬੰਦੇ ਨੂੰ ਸਵਾਲ ਪੁੱਛਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਪੁੱਛਦੇ, ਸੁਨੋ ਰੇ ਤੂੰ ਕੌਣ, ਕਹਾਂ ਤੇ ਆਇਓ। ਤੂੰ ਕੌਣ ਹੈ ਔਰ ਕਿੱਥੋਂ ਆਇਆ? ਭਗਤ ਸਿੰਘ ਆਪਣੇ ਅੰਦਰ ਝਾਤੀ ਮਾਰ ਕੇ ਦੇਖਣ ਲੱਗ ਪਏ। ਸੋਚਦਾ ਰਿਹਾ 15 ਮਿੰਟ ਬਾਅਦ ਅੱਖਾਂ ਖੋਲੀਆਂ।
ਕਹਿਣ ਲੱਗਾ, ਭਾਈ ਸਾਹਿਬ ਜੀ ਮੈਂ ਰੱਬ ਨੂੰ ਮੰਨਦਾ ਹਾਂ, ਮੈਂ ਮੰਨ ਗਿਆ ਹਾਂ। ਕਿਉਂ? ਜਦੋਂ ਬੰਦਾ ਆਪਣੀ ਆਤਮਾ ਨੂੰ ਦੇਖੇਗਾ, ਆਤਮਾ ਜੀ ਪਰਮਾਤਮਾ ਦਿਸਦਾ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਅੰਦਰ ਖੋਜੇਗਾ ਤੇ ਪਰਮਾਤਮਾ ਮਿਲੇਗਾ। ਆਤਮ ਚੀਨ ਰਚੋ ਪਰਮਾਤਮਾ। ਆਤਮਾ ਨੂੰ ਦੇਖ ਕੇ ਪਰਮਾਤਮਾ ਦੇ ਦਰਸ਼ਨ ਹੁੰਦੇ। ਜਿੰਨਾ ਚਿਰ ਆਤਮਾ ਨੂੰ ਨਹੀਂ ਦੇਖਦਾ, ਉਹਨਾਂ ਚਿਰ ਪਰਮਾਤਮਾ ਨਹੀਂ ਦਿਸਦਾ। ਸਤਿਗੁਰੂ ਜੀ ਕਹਿੰਦੇ ਆ ਵੀ ਅਨੁਮਾਨ ਲਾ ਲਓ ਵੀ ਧੂੰਆਂ ਨਿਕਲਦਾ ਪਿਆ ਤੇ ਅੱਗ ਜ਼ਰੂਰ ਹੋਊਗੀ। ਜੇ ਧੂੰਆਂ ਨਿਕਲਦਾ ਤਾਂ ਅੱਗ ਜ਼ਰੂਰ ਹੈ, ਜੇ ਆਤਮਾ ਹੈ ਤਾਂ ਪਿੱਛੇ ਪਰਮਾਤਮਾ ਵੀ ਹੈ। ਆਖੋ ਸ੍ਰੀ ਵਾਹਿਗੁਰੂ। ਜੇ ਆਤਮਾ ਹੈ ਤਾਂ ਪਰਮਾਤਮਾ ਵੀ ਹੈ। ਜੇ ਪਰਮਾਤਮਾ ਨਾ ਹੋਵੇ ਤੇ ਆਤਮਾ ਹੋ ਨਹੀਂ ਸਕਦੀ। ਜੇ ਅੱਗ ਨਾ ਹੋਵੇ ਤੇ ਧੂੰਆਂ ਨਿਕਲ ਨਹੀਂ ਸਕਦਾ। ਸਾਹਿਬ ਕਲਗੀਧਰ ਜੀ ਕਹਿੰਦੇ, ਸਭ ਹੂ ਸਭ ਠੌਰਨ ਮੋਹ ਅਨੁਮਾਨਾ। ਸਾਰਿਆਂ ਮਹਾਂਪੁਰਸ਼ਾਂ ਨੇ ਜਿਨ੍ਹਾਂ ਨੇ ਚਿੰਤਨ ਕੀਤਾ ਹੈ, ਭਾਵੇਂ ਉਹ ਭਾਰਤੀ ਦਰਸ਼ਨ ਦੇ ਸਨ ਤੇ ਭਾਵੇਂ ਉਹ ਪੱਛਮੀ ਲੋਕ ਸਨ, ਭਾਵੇਂ ਉਹ ਕਿਸੇ ਮੁਲਕ ਦੇ ਸਨ, ਭਾਵੇਂ ਸੁਕਰਾਤ ਤੇ ਅਫਲਾਤੂਨ ਵਰਗੇ ਸਨ, ਸਾਰਿਆਂ ਨੂੰ ਮੰਨਣਾ ਪਿਆ ਕੋਈ ਪਰਮ ਸੱਤਾ, ਕੋਈ ਹੋਂਦ ਹੈ ਉਸ ਪਰਮਾਤਮਾ ਦੀ ਜਿਸ ਨੇ ਸੰਸਾਰ ਰਚਿਆ ਹੈ। ਹਾਂਜੀ। ਦੇਵ ਅਦੇਵ ਮਣੀ ਧਰ ਨਾਰਦ। ਦੇਵਤਿਆਂ ਨੇ ਜਿਨ੍ਹਾਂ ਦੇ ਅੰਦਰ ਦੇਵੀ ਪ੍ਰਕਾਸ਼ ਹੋਵੇ ਉਹਨਾਂ ਨੂੰ ਦੇਵਤਾ ਮੰਨਿਆ ਜਾਂਦਾ ਹੈ। 33 ਕਰੋੜ ਦੇਵੀ ਦੇਵਤੇ ਮੰਨੇ ਗਏ ਹੈ। ਔਰ ਸਾਧ ਸੰਗਤ ਜੀ, ਆਮ ਲੋਕ ਸਮਝਦੇ ਆ ਵੀ ਸ਼ਾਇਦ ਉਹ ਦੇਵੀ ਦੇਵਤੇ ਜਿਵੇਂ ਫਿਲਮਾਂ 'ਚ ਦਿਖਾਏ ਜਾਂਦੇ ਆ ਨਾ, ਫੋਟੋਆਂ 'ਚ ਉੱਦਾਂ ਦੇ ਹੋਣਗੇ, ਕੋਈ ਇੰਦਰ, ਕੋਈ ਬ੍ਰਹਮਾ, ਕੋਈ ਸ਼ਿਵ ਜੀ। ਖਾਲਸਾ ਜੀ, ਇਹ ਗੱਲ ਨਹੀਂ ਹੈ। ਵਾਸਤਵ ਵਿੱਚ ਦੇਵਤੇ ਜਾਂ ਦੇਵੀਆਂ ਪਰਮਾਤਮਾ ਦੀਆਂ ਸ਼ਕਤੀਆਂ ਹਨ। ਸ੍ਰੀ ਆਸਾ ਜੀ ਦੀ ਵਾਰ ਵਿੱਚ ਰੋਜ਼ ਪੜ੍ਹਦੇ ਹਾਂ ਆਪਾਂ, 5 ਦੇਵਤਿਆਂ ਦਾ ਜ਼ਿਕਰ ਆਉਂਦਾ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ। 5ਵਾਂ ਪਾਇਆ ਕਿਰਤ ਤਾਂ ਹੋਵਾ ਪਾਕ ਪਵਿੱਤ। ਜਿਹੜੇ ਸਾਨੂੰ ਸੁੱਖ ਦਿੰਦੇ ਹੈ, ਜਿਨ੍ਹਾਂ ਦਾ ਸਾਨੂੰ ਲਾਭ ਹੈ, ਉਹ ਦੇਵਤੇ ਹੈ। ਸੂਰਜ ਦੇਵਤਾ ਹੈ, ਚੰਦਰਮਾ ਦੇਵਤਾ ਹੈ, ਅਗਨੀ ਦੇਵਤਾ ਹੈ, ਪਾਣੀ ਦੇਵਤਾ ਹੈ, ਅੰਨ ਦੇਵਤਾ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਸਾ ਦੀ ਵਾਰ 'ਚ ਕਹਿੰਦੇ ਆ, ਅੰਨ ਦੇਵਤਾ, ਪਾਣੀ ਦੇਵਤਾ। ਕਿਉਂ? ਅੰਨ ਨਾ ਹੋਵੇ, ਰੋਟੀ ਨਾ ਹੋਵੇ ਤੇ ਮਹਾਰਾਜ ਕਹਿੰਦੇ ਅੰਨੇ ਬਿਨਾਂ ਨਾ ਹੋਏ ਸੁਕਾਰ। ਖੁਸ਼ੀ ਨਹੀਂ ਆਉਂਦੀ। ਰੋਟੀ ਤੋਂ ਬਿਨਾਂ ਗੁਜ਼ਾਰਾ ਹੈ ਕਿਸੇ ਦਾ? ਨਹੀਂ। ਫਿਰ ਦੇਵਤਾ ਹੀ ਆਏ, ਪ੍ਰਸ਼ਾਦਾ ਭੋਜਨ। ਪਾਣੀ ਤੋਂ ਬਿਨਾਂ ਕਿਸੇ ਦਾ ਗੁਜ਼ਾਰਾ ਨਹੀਂ, ਪਾਣੀ ਵੀ ਦੇਵਤਾ ਹੈ। ਬੈਸੰਤਰ ਦੇਵਤਾ, ਅੱਗ ਚੁੱਲ੍ਹੇ 'ਚ ਨਾ ਹੋਵੇ। ਘਰ ਵਾਲੀ ਕਹਿੰਦੀ ਹੈ, ਸਰਦਾਰ ਜੀ ਗੈਸ ਸਿਲੰਡਰ ਲਿਆਓ ਤਾਂ ਹੀ ਪ੍ਰਸ਼ਾਦੇ ਪੱਕਣਗੇ, ਇਵੇਂ ਕਿੱਥੋਂ ਬਣਾਵਾਂ? ਉਹ ਵੀ ਜ਼ਰੂਰੀ ਹੈ। ਬੈਸੰਤਰ ਦੇਵਤਾ, ਲੂਣ। ਲੂਣ ਨਾ ਹੋਵੇ, ਬਾਕੀ ਸਾਰੀਆਂ ਚੀਜ਼ਾਂ ਹੋਣ ਤੇ ਸਬਜ਼ੀ ਸਵਾਦ ਨਹੀਂ ਬਣਦੀ। ਭਾਵੇਂ ਸਭ ਤੋਂ ਸਸਤਾ ਹੈ ਪਰ ਦੇਵਤਾ ਹੈ, ਬਹੁਤ ਜ਼ਰੂਰੀ ਹੈ। 5ਵਾਂ ਪਾਇਆ ਕਿਰਤ, 5ਵਾਂ ਘਿਓ ਹੈ, ਉਹ ਵੀ ਦੇਵਤਾ ਹੈ। ਤਾਂ ਹੋਵਾ ਪਾਕ ਪਵਿੱਤ। ਵਧੀਆ ਵਧੀਆ ਖਾਣੇ ਤਿਆਰ ਹੋ ਜਾਂਦੇ ਆ। ਸੋ ਖਾਲਸਾ ਜੀ, ਜਿਹੜੀਆਂ ਚੀਜ਼ਾਂ ਸਾਨੂੰ ਸੁੱਖ ਦਿੰਦੀਆਂ ਉਹ ਦੇਵਤਾ ਹੈ। ਜਿਹੜੀਆਂ ਉਸ ਤੋਂ ਉਲਟ ਹਨ, ਵਿਪਰੀਤ ਹਨ, ਦੁੱਖ ਦੇਣ ਵਾਲੀਆਂ, ਉਹ ਰਾਖਸ਼ ਹਨ। ਆਖੋ ਸ੍ਰੀ ਵਾਹਿਗੁਰੂ। ਉਹਨਾਂ ਨੂੰ ਅਦੇਵ ਕਿਹਾ। ਦੇਵ ਅਦੇਵ, ਦੇਵਤੇ ਔਰ ਦੈਤ ਦੋਵੇਂ ਸ਼ਕਤੀਆਂ ਅਕਾਲ ਪੁਰਖ ਨੇ ਪੈਦਾ ਕੀਤੀਆਂ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲਾ ਵਿਗਸੈ ਅੰਤਰਜਾਮੀ। ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਚੰਗੇ ਬੰਦੇ ਵੀ ਪੈਦਾ ਕੀਤੇ, ਮਾੜੇ ਵੀ। 10ਵੇਂ ਪਾਤਸ਼ਾਹ ਕਲਗੀਧਰ ਜੀ ਦੀ ਬਾਣੀ 'ਚ ਬਚਨ ਆਇਆ ਦੇਵਤਾ ਤੇ ਦੈਤਾਂ ਬਾਰੇ। ਦੇਵਤਿਆਂ ਦੇ ਸਿਰ ਤੇ ਮੁਕਟ ਜ਼ਰੂਰੀ ਨਹੀਂ ਤੇ ਦੈਤ ਦੇ ਸਿਰ ਤੇ ਸਿੰਘ ਜ਼ਰੂਰੀ ਨਹੀਂ। ਮਹਾਰਾਜ ਕਹਿੰਦੇ, ਸਾਧ ਕਰਮ ਜੇ ਪੁਰਖ ਕਮਾਵੈ। ਜਿਹੜਾ ਚੰਗੇ ਕੰਮ ਕਰਦਾ, ਨਾਮ ਦੇਵਤਾ ਜਗਤ ਕਹਾਵੈ, ਉਹਨੂੰ ਦੁਨੀਆ ਕਹਿੰਦੀ ਬੜਾ ਦੇਵਤਾ ਬੰਦਾ। ਇਹੀ ਕਹਿੰਦੇ ਆਪਾਂ ਸਾਰੇ, ਉਹ ਫਲਾਣਾ ਉਹ ਤਾਂ ਬੜਾ ਦੇਵਤਾ ਬੰਦਾ ਜੀ। ਉਹਨੂੰ ਦੇਵਤਾ ਕਹਿੰਦੇ ਜਿਹੜਾ ਸ਼ੁਭ ਕਰਮ ਕਰਦਾ ਹੈ।
ਕੁਕਿਰਤ ਕਰਮ ਜੇ ਜਗ ਮੈਂ ਕਰਹੀ, ਭੈੜੇ ਕੰਮ ਕਰਦਾ ਨਾਮ ਅਸੁਰਤਾਂ ਕੋ ਜਗ ਧਰਹੀ। ਉਹਨੂੰ ਰਾਖਸ਼ ਕਹਿੰਦੇ ਆ। ਬੜਾ ਵੱਡਾ ਰਾਖਸ਼ ਹੈ, ਬੜਾ ਜ਼ਾਲਮ ਹੈ, ਬੜਾ ਪਾਪੀ ਹੈ, ਬੜਾ ਦੁਰਾਚਾਰੀ ਅਤਿਆਚਾਰੀ ਹੈ ਉਹ ਵੀ ਬੰਦਾ, ਹੈ ਉਹ ਵੀ ਬੰਦਾ। ਦੋ ਉਹਦੀਆਂ ਅੱਖਾਂ, ਦੋ ਉਹਦੀਆਂ ਅੱਖਾਂ, ਦੋ ਉਹਦੇ ਹੱਥ, ਦੋ ਉਹਦੇ ਹੱਥ। ਉਹਨੂੰ ਦੇਵਤਾ ਤਾਂ ਕਹਿੰਦੇ ਕੰਮ ਚੰਗੇ ਹੈ, ਉਹਨੂੰ ਦੈਂਤ ਤਾਂ ਕਹਿੰਦੇ ਮਾੜੇ ਹਨ। ਸੋ ਦੇਵਤੇ ਤੇ ਦੈਂਤ ਸ਼ੁਭ ਔਰ ਅਸ਼ੁਭ ਕਰਮਾਂ ਕਰਕੇ ਬਣਦੇ ਹਨ। ਸੁਖ ਦੇਣ ਵਾਲੇ ਦੇਵਤੇ ਹਨ, ਦੁੱਖ ਦੇਣ ਵਾਲੇ ਦੈਂਤ ਹਨ, ਪਰੰਤੂ ਬਣਾਏ ਦੋਵੇਂ ਹੀ ਪਰਮੇਸ਼ਰ ਦੇ ਹਨ। ਦੋਵਾਂ ਸਿਰਿਆਂ ਦਾ ਸੁਆਮੀ ਆਪ ਹੈ। ਆਖੋ ਸ੍ਰੀ ਵਾਹਿਗੁਰੂ। ਆਪੇ ਦੈਤ ਲਾਏ ਦਿੱਤੇ ਸੰਤ ਜਨਾਂ ਕੋ, ਆਪੇ ਰਾਖਾ ਹੋਈ। ਆਪੇ ਹੀ ਦੈਤ ਪੈਦਾ ਕੀਤੇ ਸੰਤਾਂ ਨੂੰ ਦੁੱਖ ਦੇਣ ਵਾਸਤੇ, ਆਪ ਹੀ ਸੰਤ ਪੈਦਾ ਕੀਤੇ, ਆਪੇ ਉਹਨਾਂ ਦਾ ਰਾਖਾ ਬਣ ਜਾਂਦਾ। ਸਾਰੀ ਖੇਡ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਚੰਡੀ ਦੀ ਵਾਰ ਦੀ ਦੂਸਰੀ ਪੌੜੀ ਪੜ੍ਹ ਕੇ ਦੇਖ ਲਓ। ਮਹਾਰਾਜ ਕਲਗੀਧਰ ਪਿਤਾ ਜੀ ਕਹਿੰਦੇ ਹਨ ਕਿ ਉਸ ਵਾਹਿਗੁਰੂ ਨੇ ਤੈ ਹੀ ਦੁਰਗਾ ਸਾਜ ਕੇ ਦੈਤਾਂ ਦਾ ਨਾਸ ਕਰਾਇਆ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਓਏ ਵਾਹਿਗੁਰੂ, ਤੂੰ ਹੀ ਦੇਵਤੇ ਦੇ ਦੈਂਤ ਪੈਦਾ ਕੀਤੇ, ਚੰਗੇ ਤੇ ਮਾੜੇ। ਆਪਸ 'ਚ ਲੜਨ ਦੀ ਬਿਰਤੀ ਦੇ ਦਿੱਤੀ ਹੈ। ਬੈਰ ਵਢਾਏ ਲੜਾਏ ਸੁਰਾਸੁਰ, ਆਪੇ ਦੇਖਤ ਬੈਠ ਤਮਾਸ਼ਾ। ਇੱਕ ਦੂਜੇ ਨਾਲ ਲੜੀ ਜਾਂਦੇ, ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ, ਸਾਰੀ ਜ਼ਿੰਦਗੀ ਲੰਘ ਜਾਂਦੀ, ਯੁੱਗ ਲੰਘ ਜਾਂਦੇ ਆ, ਜੰਗ ਯੁੱਧ ਹੁੰਦੇ ਰਹਿੰਦੇ ਆ। ਆਪ ਹੀ ਕਰਾਂਦਾ ਹੈ, ਦੋਵਾਂ ਸਿਰਿਆਂ ਦਾ ਆਪ ਸੁਆਮੀ ਹੈ। ਪਰ ਇਹ ਦੋਵੇਂ ਉਸ ਨੂੰ ਮੰਨਦੇ ਹਨ। ਕਦੀ ਰਮਾਇਣ ਪੜ੍ਹ ਕੇ ਦੇਖੋ, ਮਹਾਭਾਰਤ ਪੜ੍ਹ ਕੇ ਦੇਖੋ, ਦੇਵਤੇ ਵੀ ਪਰਮੇਸ਼ਰ ਦੀ ਪੂਜਾ ਕਰਦੇ, ਦੈਂਤ ਜ਼ਿਆਦਾ ਕਰਦੇ ਸੀਗੇ। ਰਾਵਣ ਦਾ ਤਪ ਰਾਮਚੰਦਰ ਨਾਲੋਂ ਵੀ ਜ਼ਿਆਦਾ ਹੈ। ਪਰ ਉਹ ਮੰਗਦਾ ਕੀ ਸੀ? ਫਰਕ ਇਹ ਸੀ ਕਿ ਦੇਵਤੇ ਜਿਹੜੇ ਹਨ ਤੇ ਦੈਂਤ ਬਿਰਤੀ ਹੈ। ਦੈਂਤ ਨੇ ਬੁਰਾ ਮੰਗਣਾ ਹੈ, ਦੇਵਤੇ ਨੇ ਚੰਗਾ ਮੰਗਣਾ ਹੈ। ਮੰਗਣਾ ਉਸੇ ਕੋਲੋਂ ਹੀ ਹੈ। ਜਿਸ ਨੇ ਬੁਰਾ ਮੰਗਣਾ ਉਹਨੇ ਦੈਂਤ ਬਣ ਜਾਣਾ, ਜਿਹਨੇ ਭਲਾ ਮੰਗਣਾ ਉਹਨੇ ਦੇਵਤਾ ਬਣ ਜਾਣਾ। ਤਪੱਸਿਆ ਦੋਵਾਂ ਦੀ ਪੂਰੀ ਹੈ, ਦੇਵਤਿਆਂ ਦੀ ਵੀ ਹੈ। ਦੈਂਤ ਉਸ ਤੋਂ ਜ਼ਿਆਦਾ ਕਰੜਾ ਤਪ ਕਰ ਲੈਂਦੇ ਆ। ਮਹਾਰਾਜ ਕਹਿੰਦੇ ਦੇਵ ਅਦੇਵ ਇਹ ਵੀ ਤੈਨੂੰ ਜਪ ਰਹੇ ਨੇ, ਧਿਆ ਰਹੇ ਨੇ, ਜਪ ਰਹੇ ਨੇ। ਚੰਗੇ ਔਰ ਮਾੜੇ ਤੇਰੀ ਸੱਤਾ ਕਰਕੇ ਹੀ ਬਣੇ ਨੇ। ਸਾਰਿਆਂ ਵਿੱਚ ਤੇਰੀ ਜੋਤ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਹੁਣ ਜੇ ਰਾਮਚੰਦਰ ਵਿੱਚ ਦੈਵੀ ਪੁਣਾ ਹੈ, ਉਹ ਵੀ ਪਰਮੇਸ਼ਰ ਨੇ ਪਾਇਆ। ਜੇ ਰਾਵਣ ਵਿੱਚ ਰਾਖਸ਼ਾਂ ਵਾਲੀ ਬਿਰਤੀ, ਤੇ ਉਹ ਵੀ ਪਰਮੇਸ਼ਰ ਨੇ ਹੀ ਪਾਈ ਹੈ, ਵੱਖਰਾ ਨਹੀਂ ਹੈ ਕੁਛ। ਮਣੀ ਧਰ ਨਾਰਦ, ਮਣੀ ਧਰ ਕਹਿੰਦੇ ਮਣੀ ਨੂੰ ਧਾਰਨ ਕਰਨੇ ਵਾਲਾ। ਮਣੀ ਕੀ ਹੁੰਦੀ ਹੈ? ਜਿਹਦੇ ਕੋਲ ਮਣੀ ਹੋਵੇ ਉਹਦਾ ਸਾਰਾ ਫੁਰਨਾ ਪੂਰਾ ਹੁੰਦਾ। ਤੇ ਮਣੀ ਹੁੰਦੀ ਸੱਪ ਦੇ ਸਿਰ ਵਿੱਚ। ਭਾਈ ਗੁਰਦਾਸ ਜੀ ਦੀ ਬਾਣੀ ਹੈ, ਮਣੀ ਜਿਨ੍ਹਾਂ ਸੱਪਾਂ ਸਿਰੀ ਹੋਏ ਵੀ ਸੱਪਾਂ ਵਿੱਚ ਫਿਰਾਹੀ। ਮਣੀ ਸੱਪ ਦੇ ਸਿਰ 'ਚ ਹੁੰਦੀ। ਮਣੀ ਧਾਰ, ਸੱਪ ਮਣੀ ਨੂੰ ਧਾਰਨ ਕਰਕੇ ਰੱਖਦਾ ਹੈ। ਸਾਰਿਆਂ ਦੇ ਨਹੀਂ ਹੁੰਦੀ, ਕਰੋੜਾਂ ਵਿੱਚੋਂ ਕੋਈ ਵੱਡਾ ਸ਼ੇਸ਼ਨਾਗ ਹੋਵੇ ਉਹਦੇ ਸਿਰ 'ਚ ਹੁੰਦੀ ਹੈ। ਉਹਦੀ ਸੋਭਾ ਹੁੰਦੀ ਉਹਦੇ ਨਾਲ। ਸੋ ਮਹਾਰਾਜ ਕਹਿੰਦੇ ਜਿਹੜੇ ਮਣੀ ਧਾਰ ਵੱਡੇ ਵੱਡੇ ਸ਼ੇਸ਼ਨਾਗ ਹਨ, ਉਹ ਵੀ ਤੇਰਾ ਨਾਮ ਜਪ ਰਹੇ ਹਨ। ਮਨੁੱਖ ਤਾਂ ਜਪ ਹੀ ਰਹੇ ਹਨ, ਪਰ ਬਾਕੀ ਸਾਰੀ ਸ੍ਰਿਸ਼ਟੀ ਜਪ ਰਹੀ ਹੈ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਸਤਿਗੁਰੂ ਕਹਿੰਦੇ, ਪੰਚਮ ਪਾਤਸ਼ਾਹ ਜੀ ਕਹਿੰਦੇ ਸਾਰੀ ਸ੍ਰਿਸ਼ਟੀ ਤੈਨੂੰ ਜਪ ਰਹੀ, ਦਿਨ ਰਾਤ ਜਪ ਰਹੀ ਹੈ। ਪੰਚਮ ਪਾਤਸ਼ਾਹ ਦੇ ਹੋਰ ਬੋਲ ਸੁਣ ਲਓ। ਅਸੀਂ ਤਾਂ ਸਮਝਦੇ ਹਾਂ ਵੀ ਸਿਰਫ ਬੰਦਾ ਹੀ ਵਾਹਿਗੁਰੂ ਵਾਹਿਗੁਰੂ ਜਪਦਾ ਹੈ। ਪਾਤਸ਼ਾਹ ਕਹਿੰਦੇ ਹੈ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੋ ਪਸ਼ੂ ਪੰਛੀ ਉਹ ਵੀ ਤੇਰਾ ਹੀ ਜਾਪ ਕਰ ਰਹੇ ਨੇ, ਤੇਰੀ ਸੱਤਾ ਨਾਲ ਹੀ ਬੋਲ ਰਹੇ ਨੇ। ਸਭ ਦੇ ਵਿੱਚ ਤੇਰੀ ਜੋਤ ਵਰਤ ਰਹੀ ਹੈ। ਇਹ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੈ ਖਾਲਸਾ ਜੀ। ਜਿੱਥੇ ਸਤਿਗੁਰੂ ਬੋਲਦੇ ਆ, ਸਾਡੀ ਬਿਰਤੀ ਉੱਥੇ ਪਹੁੰਚਦੀ ਨਹੀਂ। ਮਣੀ ਧਰ, ਉਹ ਜਿਹੜੇ ਮਣੀਆਂ ਨੂੰ ਧਾਰਨ ਕਰਨ ਵਾਲੇ ਵੱਡੇ ਵੱਡੇ ਨਾਗ ਹਨ, ਸ਼ੇਸ਼ ਨਾਗ, ਤਛਕ ਨਾਗ, ਬਾਸ਼ਕ ਨਾਗ ਵਗੈਰਾ, ਉਹ ਵੀ ਤੇਰੀ ਮਹਿਮਾ ਗਾ ਰਹੇ ਨੇ। ਨਾਰਦ, ਦੇਵਤਿਆਂ ਦਾ ਵੱਡਾ ਰਿਸ਼ੀ ਨਾਰਦ ਹੈ। ਕਹਿੰਦੇ ਬ੍ਰਹਮਾ ਨੇ ਨਾਰਦ ਨੂੰ ਜਨਮ ਦਿੱਤਾ ਵੀ ਮੇਰਾ ਪਰਿਵਾਰ ਅੱਗੇ ਚੱਲੇਗਾ, ਇਹਦਾ ਵਿਆਹ ਕਰਾਂਗੇ ਤੇ ਇਹਦੇ ਬੱਚੇ ਹੋਣਗੇ ਤੇ ਮੇਰਾ ਵਾਹਵਾ ਦੁਨੀਆ ਦਾ ਕੰਮ ਚੱਲੇਗਾ। ਪਰਮੇਸ਼ਰ ਨੇ ਬ੍ਰਹਮਾ ਦੀ ਡਿਊਟੀ ਲਾਈ ਕਿ ਸੰਸਾਰ ਦੀ ਰਚਨਾ ਕਰ।
ਪਰ ਨਾਰਦ ਨੂੰ ਪਤਾ ਲੱਗ ਗਿਆ ਵੀ ਸੰਸਾਰ ਦੇ ਜੰਜਾਲ 'ਚ ਫਸ ਕੇ ਭਗਤੀ ਨਹੀਂ ਹੋਣੀ, ਮੈਂ ਭਗਤੀ ਕਰ ਲਵਾਂ। ਉਹ ਪਰਮੇਸ਼ਰ ਦੀ ਭਗਤੀ ਕਰਨ ਲੱਗ ਪਿਆ। ਭਗਤੀ ਕਰਨ ਲੱਗ ਪਿਆ। ਬ੍ਰਹਮੇ ਨੇ ਬੜਾ ਸਮਝਾਇਆ, ਪੁੱਤ ਵਿਆਹ ਕਰਾ, ਬਾਲ ਬੱਚੇ ਪੈਦਾ ਕਰ, ਸ੍ਰਿਸ਼ਟੀ ਵਧਾਣੀ, ਮੈਨੂੰ ਹੁਕਮ ਲੱਗਾ, ਮੇਰੀ ਡਿਊਟੀ ਹੈ। ਉਹ ਘਰੋਂ ਹੀ ਦੌੜ ਗਿਆ। ਘਰੋਂ ਦੌੜ ਗਿਆ। ਬ੍ਰਹਮੇ ਨੇ 4 ਪੁੱਤਰ ਹੋਰ ਪੈਦਾ ਕੀਤੇ, ਜਿਨ੍ਹਾਂ ਦਾ ਬਾਣੀ 'ਚ ਜ਼ਿਕਰ ਆਉਂਦਾ ਹੈ, ਸਨਕ, ਸਨੰਦਨ, ਸਨਾਤਨ ਤੇ ਸੰਤ ਕੁਮਾਰ। ਉਹ ਜੇ 4 ਸਾਲਾਂ ਦੇ ਹੋਏ ਤੇ ਨਾਰਦ ਘਰ ਗੇੜਾ ਮਾਰਨ ਆ ਗਿਆ ਤੇ ਆਪਣੇ ਪਿਓ ਨੂੰ ਨੇ ਪਤਾ ਸੀ ਵੀ ਬਾਪੂ ਕਿਤੇ ਬਾਹਰ ਗਿਆ ਹੋਇਆ, ਤੇ ਉਹਨੇ 4 ਭਾਈਆਂ ਨੂੰ ਕੋਲ ਬੁਲਾ ਕੇ ਪੱਟੀ ਪੜ੍ਹਾ ਦਿੱਤੀ। ਕਹਿਣ ਲੱਗਾ, ਤੁਸੀਂ ਮੇਰੇ ਭਾਈ ਹੋ, ਤੁਹਾਨੂੰ ਮੈਂ ਚੱਜ ਦੀ ਗੱਲ ਦੱਸਾਂ, ਜੇ ਤੁਸੀਂ ਮੇਰੀ ਗੱਲ ਮੰਨੋ ਸੁਖੀ ਰਹੋਗੇ, ਜੇ ਬਾਪੂ ਦੀ ਮੰਨੋਗੇ ਦੁਖੀ ਹੋਵੋਗੇ। ਤੁਸੀਂ ਹੋ ਗਏ ਵੱਡੇ, ਬਾਪੂ ਨੇ ਤੁਹਾਡੇ ਕਰ ਦੇਣੇ ਵਿਆਹ, ਘਰ ਵਾਲੀਆਂ ਆ ਜਾਣੇ, 5-5 7-7 ਨਿਆਣੇ ਜੰਮ ਪੈਣੇ, ਉਹਨਾਂ ਵਾਸਤੇ ਤੁਹਾਨੂੰ ਬੜੇ ਪਾਪੜ ਵੇਲਣੇ ਪੈਣੇ ਆ, ਕੰਮ ਕਰਨੇ ਪੈਣੇ, ਕੋਈ ਖੇਤੀ ਕਰੋਗੇ, ਨੌਕਰੀ ਕਰੋਗੇ, ਵਪਾਰ ਕਰੋਗੇ, ਸਾਰੀ ਜ਼ਿੰਦਗੀ ਨਿਆਣਿਆਂ ਨੂੰ ਪਾਲਦੇ ਮਰ ਜਾਓਗੇ ਤੇ ਅੰਤ ਨੂੰ ਜਮਾਂ ਦੀ ਫਾਹੀ 'ਚ ਫਸੋਗੇ। ਤੇ ਤੁਸੀਂ ਨਾ ਮੇਰਾ ਕਹਿਣਾ ਮੰਨੋ ਤੇ ਭਗਤੀ ਕਰ ਲਓ ਪਰਮੇਸ਼ਰ ਦੀ। ਉਹ 4 ਵੀ ਨਾਰਦ ਦੀ ਗੱਲ ਮੰਨ ਕੇ ਭਗਤੀ ਕਰਨ ਤੁਰ ਪਏ। ਕਹਿੰਦੇ ਬ੍ਰਹਮੇ ਨੂੰ ਬੜਾ ਗੁੱਸਾ ਆਇਆ ਵੀ ਇਹ ਨਾਰਦ ਆਪ ਤੇ ਨਖੱਟੂ ਹੈ ਹੀ ਹੈ, ਮੇਰੇ ਦੂਜੇ ਬੱਚੇ ਵੀ ਨਿਕੰਮੇ ਕਰਤੇ ਨੇ। ਉਹਨੇ ਨਾਰਦ ਨੂੰ ਸ਼ਰਾਪ ਦੇਤਾ ਵੀ ਜਾ ਤੂੰ ਭਟਕਦਾ ਹੀ ਰਹੇਗਾ। ਥਾਂ ਥਾਂ ਤੇ ਨਾਰਦ ਘੁੰਮਦਾ ਹੀ ਰਹਿੰਦਾ। ਉਹ ਕਹਿੰਦਾ ਬਾਪੂ ਇਹ ਤੇਰਾ ਸ਼ਰਾਪ ਵੀ ਮੇਰੇ ਵਾਸਤੇ ਵਰ ਬਣ ਗਿਆ, ਮੈਂ ਘੁੰਮਦਾ ਰਹਾਂਗਾ, ਮੈਨੂੰ ਕਿਸੇ ਚੀਜ਼ ਨਾਲ ਮੋਹ ਨਹੀਂ ਹੋਣਾ। ਜੇ ਰਵਾਂਗੇ ਤੇ ਮੋਹ ਹੋ ਜਾਂਦਾ ਨਾ, ਜਿੱਥੇ ਰਹੀਏ ਕਿਰਾਏ ਦੇ ਕਮਰੇ 'ਚ ਉੱਥੇ ਮੋਹ ਹੋ ਜਾਂਦਾ ਵੀ ਇਹ ਘਰ ਮੇਰਾ। ਜੇ ਘੁੰਮਦਾ ਹੀ ਰਹੇ, ਕਿਸੇ ਨਾਲ ਰਹਿਣਾ ਹੀ, ਰਾਤ ਰਹਿਣਾ ਹੀ ਨਹੀਂ ਕਿਤੇ, ਚੱਲ ਸੋ ਚੱਲ ਹੈ, ਚੱਕਰਵਰਤੀ ਫੌਜਾਂ, ਤੇ ਫਿਰ ਮੋਹ ਨਹੀਂ ਹੁੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਫਿਰ ਹਰ ਵੇਲੇ ਨਾਰਾਇਣ 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 ਦਾ ਜਾਪ ਕਰਦਾ ਰਹਿੰਦਾ, ਤੁਰਦਾ ਰਹਿੰਦਾ। ਨਾਲੇ ਕਾਲ ਪੁਰਖ ਨੇ ਉਹਦੀ ਡਿਊਟੀ ਲਾਈ ਆ ਚੱਕ ਥਲ ਕਰਨ ਦੀ, ਇੱਧਰੋਂ ਉੱਧਰੋਂ ਖਬਰ ਵੀ ਦੇਈ ਜਾਣੀ ਆ, ਉਹ ਫਲਾਣਾ ਤੈਨੂੰ ਗਾਲਾਂ ਕੱਢਦਾ ਸੀ। ਉਹਨੇ ਆਖਣਾ ਹੈ ਅੱਛਾ, ਉਹਨੇ ਮੈਨੂੰ ਗਾਲ ਕੱਢੀ, ਚੰਗਾ ਫਿਰ ਮੈਂ ਦੇਖਾਂਗਾ ਉਹਨੂੰ। ਦੂਜੇ ਨੂੰ ਜਾ ਕੇ ਕਹਿਣਾ ਉਹ ਤੇਰੇ ਬਾਰੇ ਉਹ ਬੜਾ ਕਹਿੰਦੇ ਔਖਾ ਸੌਖਾ ਹੋ ਰਿਹਾ ਸੀ, ਦੋਵਾਂ 'ਚ ਲੜਾਈ ਪਵਾ ਦੇਣੀ। ਇਹ ਵੀ ਨਾਰਦ ਦਾ ਕੰਮ ਹੈ, ਕਿਉਂਕਿ ਕੰਮ ਸੰਸਾਰ ਦਾ ਚੱਲਦਾ ਹੀ ਇੱਦਾਂ। ਸੰਸਾਰ ਦਾ ਕੰਮ ਇਵੇਂ ਹੀ ਚੱਲਦਾ, ਉਤਾਂਹ ਠਾਂ ਹੁੰਦਾ ਰਵੇ। ਜੇ ਸਾਰੇ ਸ਼ਾਂਤ ਹੋ ਕੇ ਬਹਿ ਜਾਣ, ਸੰਸਾਰ ਦਾ ਕੰਮ ਨਹੀਂ ਚੱਲਦਾ। ਸੋ ਪਰਮੇਸ਼ਰ ਦੀ ਉਹ ਭਗਤੀ ਕਰਕੇ ਨਾਰਦ ਵਿੱਚ ਇਤਨੀ ਤਾਕਤ ਆ ਗਈ। ਪਰ ਮਹਾਰਾਜ ਕਹਿੰਦੇ ਪਰਮੇਸ਼ਰ ਅਕਾਲ ਪੁਰਖ ਦਾ ਅੰਤ ਨਾਰਦ ਤੋਂ ਵੀ ਨਹੀਂ ਪਿਆ, ਪਰਮੇਸ਼ਰ ਬੇਅੰਤ ਹੈ। ਹਾਂਜੀ, ਸਾਰਦ ਸਤ ਸदैव ਪਛਾਨਾ। ਸਾਰਦਾ ਕਹਿੰਦੇ ਵਿਦਿਆ ਦੀ ਦੇਵੀ ਸਰਸਵਤੀ, ਜਿਹੜੀ ਸਾਰ ਸ੍ਰੇਸ਼ਟ ਵਿਦਿਆ ਦੇਣ ਵਾਲੀ ਹੈ, ਸਾਰਦ। ਉਸ ਨੇ ਵੀ ਪਰਮਾਤਮਾ ਦੇ ਗੁਣ ਗਾਏ, ਪਰ ਪਰਮੇਸ਼ਰ ਦਾ ਅੰਤ ਉਹ ਵੀ ਨਹੀਂ ਪਾ ਸਕੀ। ਸਾਰ ਸੁਤੀ ਬਖਤਾ ਕਰਕੇ ਜੋ ਕੋਟ ਗਣੇਸ਼ ਕੇ ਹੱਥ ਲਿਖੈ ਹੋ। ਸਰਸਵਤੀ ਬਖਤਾ ਬਣ ਕੇ ਵਿਦਿਆ ਦੀ ਦੇਵੀ ਜਿਹੜੀ ਹੈ, ਸ਼ਕਤੀ ਅਕਾਲ ਪੁਰਖ ਨੇ ਪੈਦਾ ਕੀਤੀ ਹੈ, ਉਹ ਪਰਮੇਸ਼ਰ ਦਾ ਅੰਤ ਨਹੀਂ ਪਾ ਸਕੀ। ਪਰ ਉਹਨੇ ਇਹੀ ਕਿਹਾ ਕਿ ਪਰਮਾਤਮਾ ਸਤ ਹੈ। ਸਾਰਦ ਸਤ ਸदैव ਪਛਾਨਾ, ਸਤ ਹੈ ਔਰ ਸਦੀਵੀ ਹੈ, ਇਹ ਪਛਾਣ ਲਿਆ ਸਾਰਦਾ ਨੇ। ਦੀਨ ਦਇਆਲ ਕਿਰਪਾ ਨਿਧ ਕੋ। ਉਸ ਕਿਰਪਾ ਦੇ ਸਾਗਰ, ਨਿਧ ਕਹੀਏ ਸਮੁੰਦਰ ਦੀ ਤਰ੍ਹਾਂ ਖਜ਼ਾਨਾ ਵਾਹਿਗੁਰੂ ਕਿਰਪਾ ਦਾ ਹੈ। ਜਿਵੇਂ ਸਮੁੰਦਰ 'ਚ ਬਹੁਤ ਸਾਰਾ ਪਾਣੀ ਹੈ, ਵਾਹਿਗੁਰੂ 'ਚ ਕਿਰਪਾ ਬਹੁਤ ਹੈ। ਜਿਵੇਂ ਸਮੁੰਦਰ 'ਚ ਹੀਰੇ ਮੋਤੀ ਜਵਾਹਰਾਤ ਬੇਅੰਤ ਹਨ, ਵਾਹਿਗੁਰੂ ਵਿੱਚ ਗੁਣਾਂ ਦੇ ਖਜ਼ਾਨੇ ਭਰੇ ਪਏ ਹਨ। ਐਸਾ ਵਾਹਿਗੁਰੂ ਦੀਨਾਂ ਤੇ ਦਇਆ ਕਰਨ ਵਾਲਾ, ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲਾ ਹੈ। ਕਛ ਭੇਦ ਪੁਰਾਨ ਕੁਰਾਨ ਨਾ ਜਾਣਾ। ਉਹਦਾ ਭੇਦ ਨਾ ਪੁਰਾਨਾਂ ਵਿੱਚ ਆਇਆ, ਨਾ ਕੁਰਾਨ ਕੋਲੋਂ ਪਿਆ ਹੈ। ਕੁਰਾਨ ਵੀ ਕਹਿੰਦੀ ਹੈ ਕਿ ਅੱਲਾ ਲਾ ਸ਼ਰੀਕ ਲਾ ਮਕਾਨ ਹੈ, ਬੇਅੰਤ ਸ਼ਕਤੀਆਂ ਦਾ ਮਾਲਕ ਹੈ, ਉਹਦਾ ਪਾਰਾਵਾਰ ਨਹੀਂ ਹੈ। ਕੁਰਾਨ ਵੀ ਬਣਦੀ ਹੈ। ਔਰ ਪੁਰਾਣ ਵੀ ਕਹਿੰਦੇ ਹਨ, 18 ਪੁਰਾਣ ਪੜ੍ਹ ਲਓ ਬ੍ਰਹਮਾ ਦੇ ਰਚੇ ਹੋਏ, ਵੇਦ ਵਿਆਸ ਜੀ ਦੇ, ਉਹ ਸਾਰੇ ਇਹੀ ਕਹਿੰਦੇ ਵੀ ਪਰਮਾਤਮਾ ਦਾ ਅੰਤ ਨਹੀਂ ਪੈ ਸਕਦਾ। ਨਾ ਪੁਰਾਣ ਵਿੱਚ ਨਾ ਕੁਰਾਨ ਵਿੱਚ, ਕਿਸੇ ਧਰਮ ਦੇ ਗ੍ਰੰਥ ਵਿੱਚ ਇਹ ਗੱਲ ਨਹੀਂ ਲਿਖੀ ਹੋਈ ਵੀ ਬਸ ਰੱਬ ਇੱਥੋਂ ਤੱਕ ਹੀ ਹੈ, ਅੱਗੇ ਨਹੀਂ। ਕਿਸੇ ਗ੍ਰੰਥ ਵਿੱਚ ਵੀ ਤੁਸੀਂ ਦੇਖ ਲਓ, ਵੇਦਾਂ ਸ਼ਾਸਤਰਾਂ ਤੋਂ ਲੈ ਕੇ
ਗੀਤਾ ਤੋਂ ਲੈ ਕੇ, ਪੁਰਾਣਾ ਤੋਂ ਲੈ ਕੇ, ਸ਼ਾਸਤਰਾਂ ਤੋਂ ਲੈ ਕੇ, ਕੁਰਾਨ, ਕਿਤਾਬ, ਅੰਜੀਲ, ਤੌਰੇਤ, ਜ਼ਬੂਰ ਕੋਈ ਵੀ ਲੈ ਲਓ, ਕਿਸੇ ਧਰਮ ਦੇ ਗ੍ਰੰਥ ਵਿੱਚ ਇਹ ਗੱਲ ਨਹੀਂ ਹੈ ਵੀ ਬਸ ਰੱਬ ਇੱਥੋਂ ਤੱਕ ਹੈ, ਇਸ ਤੋਂ ਅੱਗੇ ਨਹੀਂ ਹੈ। ਬਲਕਿ ਸਾਰਿਆਂ ਨੇ ਲਿਖਿਆ ਵੀ ਰੱਬ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਬਾਰ-ਬਾਰ ਕਹਿੰਦੇ ਆ ਕਿ ਉਹ ਪਰਮਾਤਮਾ ਵਾਹਿਗੁਰੂ ਵਾਰਿਆ ਨਾ ਜਾਵਾ ਏਕ ਵਾਰ, ਇੱਕ ਵਾਰੀ ਵੀ ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ, ਉਹ ਤਾਂ ਬਹੁਤ ਬੇਅੰਤ ਹੈ। ਆਖੋ ਸ੍ਰੀ ਵਾਹਿਗੁਰੂ। ਸਤ ਸਦੈਵ ਸਤ ਬ੍ਰਿਤ। ਉਹ ਵਾਹਿਗੁਰੂ ਪਰਮੇਸ਼ਰ ਸਤ ਸਦੈਵ ਸਦੀਵੀ ਸੱਚ ਹੈ, ਸਦਾ ਰਹਿਣ ਵਾਲਾ ਸੱਚ ਹੈ। ਔਰ ਸਤ ਬਿਰਤ, ਉਹਦੀ ਬਿਰਤੀ ਸਤ ਤੇ ਟਿਕੀ ਹੋਈ ਹੈ, ਅਥਵਾ ਸਤ ਦੇ ਉੱਤੇ ਉਹਦਾ ਗੁਜ਼ਾਰਾ ਹੈ, ਸੰਸਾਰ ਨੂੰ ਸਤ ਦੇ ਉੱਤੇ ਚਲਾਉਣ ਵਾਲਾ ਹੈ। ਐਸਾ ਉਹ ਪਰਮੇਸ਼ਰ ਸਤ ਸਰੂਪ ਹੈ। ਵੇਦ ਕਤੇਵ ਤੂ ਹੀ ਉਪਜਾਇਓ। ਹੇ ਮੇਰੇ ਮਾਲਕ, ਇਹ ਵੇਦ ਤੇ ਕਤੇਬ ਤੇਰੇ ਪੈਦਾ ਕੀਤੇ ਹੋਏ ਨੇ। ਵੇਦਾਂ ਨੂੰ, ਕਤੇਬਾਂ ਨੂੰ, ਕੁਰਾਨਾਂ ਨੂੰ, ਪੁਰਾਣਾਂ ਨੂੰ ਰਚਣ ਵਾਲਾ ਤੂੰ ਹੈ। ਹੁਣ ਜਿਹੜੀਆਂ ਚੀਜ਼ਾਂ ਤੂੰ ਬਣਾਈਆਂ ਨੇ, ਤੇਰੀਆਂ ਬਣਾਈਆਂ ਹੋਈਆਂ ਚੀਜ਼ਾਂ ਤੇਰਾ ਅੰਤ ਕਿਵੇਂ ਪਾ ਸਕਦੀਆਂ ਨੇ? ਆਖੋ ਸ੍ਰੀ ਵਾਹਿਗੁਰੂ। ਪਿਤਾ ਕਾ ਜਨਮ ਕਿ ਜਾਣੇ ਪੂਤ। ਪੁੱਤਰ ਨੂੰ ਕੀ ਪਤਾ ਬਾਪੂ ਕਿਹੜੀ ਤਰੀਕ ਨੂੰ ਪੈਦਾ ਹੋਇਆ ਸੀ, ਕਿਉਂਕਿ ਪੁੱਤਰ ਨੂੰ ਤੇ ਬਾਪੂ ਨੇ ਪੈਦਾ ਕੀਤਾ, ਪੁੱਤਰ ਨੇ ਬਾਪੂ ਨਹੀਂ ਪੈਦਾ ਕੀਤਾ। ਪਿਤਾ ਕਾ ਜਨਮ ਕਿ ਜਾਣੇ ਪੂਤ। ਪਿਓ ਦੀ ਗੱਲ ਨੂੰ ਪੁੱਤਰ ਨਹੀਂ ਜਾਣ ਸਕਦਾ। ਇਹ ਜਿੰਨੇ ਵੇਦ ਕਤੇਬ ਨੇ, ਸ਼ਾਸਤਰ ਪੁਰਾਣ ਨੇ, ਪਰਮੇਸ਼ਰ ਦੇ ਪੁੱਤਰ ਨੇ। ਪੁੱਤਰ ਪੈਦਾ ਕੀਤੇ ਹੋਏ ਨੂੰ ਕਹਿੰਦੇ ਆ, ਪਿਤਾ ਪੈਦਾ ਕਰਨ ਵਾਲੇ ਨੂੰ ਕਹਿੰਦੇ ਆ। ਵਾਹਿਗੁਰੂ ਤੂੰ ਪੈਦਾ ਕਰਨ ਵਾਲਾ ਹੈ ਇਹਨਾਂ ਸਾਰੇ ਗ੍ਰੰਥਾਂ ਨੂੰ, ਸਾਰੀ ਵਿਦਿਆ ਨੂੰ, ਸੰਸਾਰ ਦੇ ਪੜ੍ਹੇ ਲਿਖੇ ਲੋਕਾਂ ਨੂੰ। ਭਾਵੇਂ ਜਿੰਨੇ ਮਰਜ਼ੀ ਵੀ ਪੜ੍ਹੇ ਲਿਖੇ ਹੋਣ, ਬਣਾਏ ਤਾਂ ਪਰਮੇਸ਼ਰ ਦੇ। ਜਿੰਨੀ ਵਿਦਿਆ ਹੈ ਸੰਸਾਰ ਦੇ ਵਿੱਚ, ਭਾਵੇਂ ਅੰਗਰੇਜ਼ੀ ਦੀ ਹੈ, ਭਾਵੇਂ ਫਾਰਸੀ ਦੀ ਹੈ, ਭਾਵੇਂ ਉਰਦੂ ਦੀ ਹੈ, ਭਾਵੇਂ ਸੰਸਕ੍ਰਿਤ ਹੈ, ਭਾਵੇਂ ਉਹ ਆਤਮਾ ਦੀ ਫਿਲਾਸਫੀ ਹੈ, ਭਾਵੇਂ ਸੰਸਾਰ ਦੀ ਰਾਜਨੀਤੀ ਦੀ ਪੜ੍ਹਾਈ ਲਿਖਾਈ ਹੈ, ਭਾਵੇਂ ਹੋਰ ਕਈ ਕਾਰੋਬਾਰਾਂ ਦੀ, ਜਿੰਨੇ ਹਜ਼ਾਰਾਂ ਲੱਖਾਂ ਕਰੋੜਾਂ ਗ੍ਰੰਥ ਹਨ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪ੍ਰਗਟ ਕੀਤੇ ਹਨ। ਅੱਜ ਜਿੰਨੀ ਸਾਇੰਸ ਦੀ ਟੈਕਨੋਲੋਜੀ ਅੱਜ ਸਾਡੇ ਸਾਹਮਣੇ ਹੈ, ਆਹ ਕੰਪਿਊਟਰ, ਲੈਪਟਾਪ, ਇੰਟਰਨੈਟ ਸਿਸਟਮ, ਕਿੰਨਾ ਦੇਖੋ ਤਰੱਕੀ ਕਰ ਗਏ। ਇਹ ਖਾਲਸਾ ਜੀ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਆ। ਕਿਵੇਂ? ਸ਼ੰਕਾਵਾਦੀ ਸ਼ੰਕਾ ਕਰੇਗਾ ਕਿਵੇਂ? ਪਰਮੇਸ਼ਰ ਨੇ ਬੁੱਧੀ ਦਿੱਤੀ ਹੈ। ਜਿਸ ਨੇ ਵੀ ਕੋਈ ਚੀਜ਼ ਪੈਦਾ ਕੀਤੀ ਉਹਨੂੰ ਬੁੱਧੀ ਤਾਂ ਪਰਮੇਸ਼ਰ ਦੇ ਰਿਹਾ ਨਾ। ਜੇ ਕਿਸੇ ਨੇ ਲੈਪਟਾਪ ਬਣਾਇਆ ਤਾਂ ਉਹਨੂੰ ਪਰਮੇਸ਼ਰ ਨੇ ਬੁੱਧੀ ਦਿੱਤੀ ਹੈ, ਆਪਣੇ ਆਪ ਨਹੀਂ ਉਹ ਬਣਾ ਰਿਹਾ। ਜੋ ਜੋ ਸੰਸਾਰ 'ਚ ਪੈਦਾ ਹੋ ਰਿਹਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦੀ ਸੱਤਾ ਨਾਲ ਹੋ ਰਿਹਾ, ਬਿਨਾਂ ਸੱਤਾ ਦੇ ਨਹੀਂ ਹੋ ਰਿਹਾ। ਇਸ ਕਰਕੇ ਕਲਗੀਧਰ ਜੀ ਕਹਿੰਦੇ ਵੇਦ ਕਤੇਬ ਤੂੰ ਹੀ ਉਪਜਾਇਓ। ਵੇਦਾਂ ਕਤੇਬਾਂ ਨੂੰ, ਸੰਸਾਰ ਦੀਆਂ ਧਰਮ ਪੁਸਤਕਾਂ ਨੂੰ ਰਚਣ ਵਾਲਾ ਤੂੰ ਹੈ। ਦੇਵ ਅਦੇਵਨ ਦੇਵ ਮਹੀ ਧਰ। ਦੇਵਤਿਆਂ ਨੂੰ ਤੇ ਅਦੇਵਨ ਰਾਖਸ਼ਾਂ ਨੂੰ ਪੈਦਾ ਕਰਨ ਵਾਲਾ ਵੀ ਤੂੰ ਹੈ। ਔਰ ਦੇਵ ਮਹੀ ਧਰ, ਜਿਹੜੇ ਧਰਤੀ ਦੇ ਉੱਤੇ ਰਹਿਣ ਵਾਲੇ ਦੇਵਤੇ ਹਨ, ਆਕਾਸ਼ ਵਿੱਚ ਰਹਿਣ ਵਾਲੇ ਵੀ ਦੇਵਤੇ ਹਨ। ਕਹਿੰਦੇ ਹਾਂ ਹੈ, ਆਕਾਸ਼ ਖੁਦ ਇੱਕ ਦੇਵਤਾ ਹੈ। ਜੇ ਆਕਾਸ਼ ਨਾ ਹੋਵੇ ਉਹਦੇ ਵਿੱਚ ਆਪਾਂ ਤੁਰ ਫਿਰ ਨਹੀਂ ਸਕਦੇ। ਆਕਾਸ਼ ਹੈ ਤਾਂ ਹੀ ਹਵਾਈ ਜਹਾਜ਼ ਉੱਡੇ ਫਿਰਦੇ ਆ। ਜੇ ਆਕਾਸ਼ ਨਾ ਹੋਵੇ ਕਿੱਥੇ ਉੱਡੋਗੇ? ਪੰਛੀ ਉੱਡਦੇ ਆ। ਆਕਾਸ਼ ਵਿੱਚ ਦੇਵਤਾ ਹੈ, ਸੂਰਜ, ਚੰਦਰਮਾ, ਤਾਰੇ, ਹਵਾ। ਫਿਰ ਕਹਿੰਦੇ ਧਰਤੀ ਤੇ ਕਿਹੜੇ ਦੇਵਤੇ ਆ? ਧਰਤੀ ਤੇ ਜਿਹੜੇ ਸੰਤ ਮਹਾਂਪੁਰਸ਼ ਪਰਮੇਸ਼ਰ ਨਾਲ ਜੁੜੇ ਹੋਏ, ਨਾਮ ਜਪਣ ਵਾਲੇ, ਬ੍ਰਹਮ ਦੀ ਵਿਚਾਰ ਕਰਨ ਵਾਲੇ, ਉਹ ਧਰਤੀ ਦੇ ਉੱਤੇ ਰਹਿਣ ਵਾਲੇ ਦੇਵ ਮਹੀ ਧਰ ਹਨ। ਮਹੀ ਨਾਮ ਧਰਤੀ ਦਾ ਹੈ। ਜੋ ਧਰਤੀ ਨੂੰ ਧਾਰਨ ਕਰਨ ਵਾਲੇ ਰਾਜੇ ਮਹਾਰਾਜੇ ਪ੍ਰਤਾਪੀ ਹੋਏ ਆ ਚੰਗੇ। ਜੋ ਰਾਜਾ ਹੈ ਖਾਲਸਾ ਜੀ, ਰਾਜਾ ਰੱਬ ਦਾ ਪੁੱਤਰ ਹੁੰਦਾ ਹੈ। ਰਾਜੇ ਨੂੰ ਬਹੁਤ ਵੱਡੀ ਪਦਵੀ ਪ੍ਰਾਪਤ ਹੈ। ਇਹ ਗੱਲ ਵੱਖਰੀ ਹੈ ਵੀ ਕੋਈ ਰਾਜਾ ਬਣ ਕੇ ਆਪਣਾ ਫਰਜ਼ ਭੁੱਲ ਜਾਵੇ, ਆਪਣੀ ਪ੍ਰਜਾ ਦੇ ਉੱਤੇ ਜ਼ੁਲਮ ਕਰਨ ਲੱਗ ਜਾਵੇ। ਔਰੰਗਜ਼ੇਬ ਦੀ ਤਰ੍ਹਾਂ ਉਹਦੀ ਬੁੱਧੀ ਭ੍ਰਿਸ਼ਟ ਹੋ ਗਈ। ਪਰਮੇਸ਼ਰ ਨੇ ਉਹਨੂੰ ਪੁੱਠੇ ਪਾਸੇ ਲਾ ਦਿੱਤਾ। ਪਰ ਵੈਸੇ ਰਾਜੇ ਦੀ ਡਿਊਟੀ ਬੜੀ ਵੱਡੀ ਹੈ।
ਆਪਾਂ ਨੂੰ ਤੇ ਆਪਣੇ ਇੱਕ ਇਕੱਲੇ ਪਰਿਵਾਰ ਦਾ ਫਿਕਰ ਹੈ ਵੀ ਮੇਰੇ ਬੱਚੇ 2-4 ਬੱਚੇ ਐ, ਇਹਨਾਂ ਨੂੰ ਮੈਂ ਖਵਾਉਣਾ ਪਿਆਣਾ, ਆਪਣਾ ਪਰਿਵਾਰ, ਆਪਣਾ ਮਕਾਨ, ਆਪਣੀ ਨੌਕਰੀ, ਆਪਣੀ ਇੰਨੇ ਕੁ ਸਾਡੀ ਟੈਨਸ਼ਨ ਹੈ। ਰਾਜੇ ਨੂੰ ਪੂਰੇ ਮੁਲਕ ਦੀ ਹੈ, ਪੂਰੇ ਦੇਸ਼ ਦਾ ਹਿਸਾਬ ਕਿਤਾਬ ਰੱਖਣਾ, ਉਹਨੇ ਸਾਰੇ ਸੰਸਾਰ ਦੁਨੀਆ ਦਾ ਖਿਆਲ ਰੱਖਣਾ, ਸਿਸਟਮ ਦਾ ਖਿਆਲ ਰੱਖਣਾ। ਉਹ ਵੀ ਦੇਵਤਾ ਮੰਨਿਆ ਜਾਂਦਾ ਹੈ। ਉਹਨੂੰ ਸੱਤਾ ਕੌਣ ਦਿੰਦਾ? ਉਹਨੂੰ ਵੀ ਵਾਹਿਗੁਰੂ ਪਰਮੇਸ਼ਰ ਹੀ ਤਾਕਤ ਦਿੰਦਾ, ਰਾਜ ਕਰਨ ਦੀ ਬੁੱਧੀ ਦਿੰਦਾ, ਬਲ ਦਿੰਦਾ, ਗਿਆਨ ਦਿੰਦਾ, ਉਦਮ ਦਿੰਦਾ। ਔਰ ਜਿਹੜੇ ਵਿਦਵਾਨ ਲੋਕ ਪੜ੍ਹੇ ਲਿਖੇ ਹਨ ਉਹ ਵੀ ਧਰਤੀ ਦੇ ਦੇਵਤੇ ਹਨ, ਸਾਇੰਸਦਾਨ ਹਨ, ਧਰਤੀ ਦੇ ਦੇਵਤੇ ਹਨ, ਜਿਹੜੇ ਸੰਸਾਰ ਵਾਸਤੇ ਨਵੀਆਂ ਨਵੀਆਂ ਕਾਢਾਂ ਕੱਢ ਕੇ ਲੋਕਾਂ ਨੂੰ ਸੁੱਖ ਦਿੰਦੇ ਹਨ। ਜਿਨ੍ਹਾਂ ਨੇ ਮੋਟਰਾਂ ਚਲਾਈਆਂ, ਬਿਜਲੀ ਬਣਾਈ, ਜਹਾਜ਼ ਬਣਾਏ, ਜਿਨ੍ਹਾਂ ਨੇ ਦੁਨੀਆ ਦੇ ਵਾਸਤੇ ਸੁਵਿਧਾਵਾਂ ਪੈਦਾ ਕੀਤੀਆਂ, ਉਹਨਾਂ ਨੂੰ ਵੀ ਵਾਹਿਗੁਰੂ ਨੇ ਬੁੱਧੀ ਦਿੱਤੀ ਹੈ। ਆਖੋ ਸ੍ਰੀ ਵਾਹਿਗੁਰੂ। ਹਾਂਜੀ। ਭੂਤ ਭਵਾਨ ਵਹੀ ਠਹਿਰਾਇਓ। ਸਾਰਿਆਂ ਨੇ ਸਿਆਣਿਆਂ ਨੇ ਅਖੀਰ ਤੱਤ ਇਹ ਕੱਢਿਆ ਵੀ ਭੂਤ ਕਾਲ ਵਿੱਚ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਤੇ ਵਰਤਮਾਨ ਵਿੱਚ ਵੀ ਉਹ ਪਰਮੇਸ਼ਰ ਹੀ ਰਹੇਗਾ। ਪਰਮ ਸੱਤ ਉਹੀ ਹੈ। ਜਿਹੜੇ ਸਿਆਣੇ ਸਾਇੰਸਦਾਨ ਹਨ ਉਹ ਇਸ ਗੱਲ ਤੇ ਸਹਿਮਤ ਹੋ ਰਹੇ ਹਨ ਕਿ ਕੋਈ ਹੈ ਜਿਹੜਾ ਇਸ ਸੰਸਾਰ ਨੂੰ ਚਲਾ ਰਿਹਾ ਹੈ, ਜਿਹਦੇ ਤੋਂ ਇਹ ਸਾਰੀ ਊਰਜਾ, ਜਿਹਦੇ ਤੋਂ ਇਹ ਸ਼ਕਤੀ ਪੈਦਾ ਹੋ ਰਹੀ ਹੈ। ਹਾਂਜੀ। ਆਦ ਜੁਗਾਦ ਅਨੀਲ ਅਨਾਹਦ। ਪਰਮੇਸ਼ਰ ਆਦ ਕਾਲ ਤੋਂ, ਜੁਗਾਂ ਤੋਂ ਅਣਗਿਣਤ ਹੈ, ਬੇਸ਼ੁਮਾਰ, ਅਥਾ ਅਗਣਤ ਅਟੁੱਲ ਹੈ। ਉਹ ਵਾਹਿਗੁਰੂ ਅਨਾਹਦ ਹੱਦ ਤੋਂ ਰਹਿਤ ਹੈ। ਲੋਕ ਆਲੋਕ ਬੇਲੋਕ ਨਾ ਪਾਇਓ। ਉਹ ਪਰਮਾਤਮਾ ਵਾਹਿਗੁਰੂ ਲੋਕਾਂ ਤੋਂ ਤੇ ਅਲੌਕਿਕ ਸ਼ਕਤੀਆਂ ਤੋਂ ਵੀ ਬਿਲੋਕ ਨਾ ਪਾਇਓ। ਇੱਕ ਤਾਂ ਲੌਕਿਕ ਸ਼ਕਤੀਆਂ ਹਨ, ਇੱਕ ਅਲੌਕਿਕ ਸ਼ਕਤੀਆਂ ਹਨ। ਲੌਕਿਕ ਸ਼ਕਤੀਆਂ ਜਿਹੜੀਆਂ ਸਾਡੇ ਹੱਥ ਵਿੱਚ ਪਾਵਰਾਂ ਹਨ, ਅਲੌਕਿਕ ਜਿਹੜੀਆਂ ਸਾਡੇ ਹੱਥ ਵਿੱਚ ਨਹੀਂ ਹਨ। ਐਸੀਆਂ ਵੀ ਚੀਜ਼ਾਂ ਹਨ ਜਿਹੜੀਆਂ ਸਾਡੇ ਹੱਥ ਵਿੱਚ ਨਹੀਂ ਹਨ। ਉਹ ਤਾਕਤਾਂ ਵੀ ਹਨ, ਜਿਵੇਂ ਬੱਦਲ ਪੈਣਾ, ਮੀਂਹ ਪੈਣਾ, ਕਾਲ ਪੈਣਾ, ਧੁੱਪ ਪੈਣੀ, ਗਰਮੀ ਪੈਣੀ, ਸਰਦੀ ਪੈਣੀ, ਸਨੋ ਪੈਣੀ। ਇਹ ਅਕਾਲ ਪੁਰਖ ਵਾਹਿਗੁਰੂ ਦੀਆਂ ਅਲੌਕਿਕ ਸ਼ਕਤੀਆਂ ਹਨ। ਪਰ ਇਹ ਵੀ ਸ਼ਕਤੀਆਂ ਲੌਕਿਕ ਤੇ ਅਲੌਕਿਕ ਪਰਮਾਤਮਾ ਨੂੰ ਬਿਲੋਕ ਨਾ ਪਾਇਓ। ਉਹ ਪਰਮ ਤੱਤ ਨੂੰ ਨਹੀਂ ਪਾ ਸਕਦੀਆਂ, ਉਸ ਦਾ ਅੰਤ ਨਹੀਂ ਪਾ ਸਕਦੀਆਂ। ਹਾਂਜੀ। ਰੇ ਮਨ ਮੂੜ ਅਗੂੜ ਏਸੋ ਪ੍ਰਭ। ਸ੍ਰੀ ਕਲਗੀਧਰ ਪਿਤਾ ਜੀ ਮਹਾਰਾਜ ਕਹਿੰਦੇ, ਰੇ ਮਨ ਮੂੜ, ਹੇ ਮੇਰੇ ਮੂਰਖ ਮਨ, ਅਗੂੜ ਈਸੋ ਪ੍ਰਭ, ਐਸਾ ਵਿਸ਼ੇਸ਼ ਕਰਕੇ ਜੋ ਗੂੜਾ ਪ੍ਰਭੂ ਹੈ, ਜੋ ਪਰਮਾਤਮਾ ਵਿਸ਼ੇਸ਼ ਕਰਕੇ ਅਤਿਅੰਤ ਹੀ ਗੁਪਤ ਹੈ, ਸੂਖਸ਼ਮ ਹੈ, ਜਿਹਦਾ ਕੋਈ ਭੇਦ ਨਹੀਂ ਪਾ ਸਕਿਆ, ਐਸੇ ਪ੍ਰਭੂ ਨੂੰ ਤੂੰ ਕਿਉਂ ਭੁਲਾਈ ਬੈਠਾ ਹੈ? ਤੋਹੇ ਕਹੋ ਕਿ ਆਨ ਸੁਨਾਇਓ। ਤੈਨੂੰ ਉਹਦਾ ਭੇਦ ਕਿਸ ਨੇ ਦੱਸਿਆ ਹੈ? ਭਾਵ ਕਿਸੇ ਨੇ ਤੈਨੂੰ ਦੱਸਿਆ ਨਹੀਂ, ਤੂੰ ਉਸ ਭੇਦ ਨੂੰ ਗੁਰੂ ਕੋਲੋਂ ਸੁਣਨਾ ਕਰ। ਸੋ ਖਾਲਸਾ ਜੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਇਸ ਸਵਈਏ ਵਿੱਚ ਦੱਸਿਆ ਹੈ ਕਿ ਪਰਮਾਤਮਾ ਦੀ ਬੇਅੰਤ ਸ਼ਕਤੀ ਹੈ, ਔਰ ਉਸ ਬੇਅੰਤ ਸ਼ਕਤੀ ਨੂੰ ਕੋਈ ਬੁੱਧੀ ਨਾਲ, ਮਨ ਨਾਲ, ਚਤੁਰਾਈ ਨਾਲ, ਸਿਆਣਪ ਨਾਲ ਨਹੀਂ ਜਾਣ ਸਕਦਾ। ਕੇਵਲ ਸਿਰ ਝੁਕਾ ਕੇ, ਸਮਰਪਣ ਕਰਕੇ, ਉਹਦਾ ਭਗਤ ਬਣ ਕੇ ਉਹਦਾ ਆਨੰਦ ਮਾਣਿਆ ਜਾ ਸਕਦਾ ਹੈ। ਜਿਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਕਵਿਰਾਜ ਲਿਖਦੇ ਨੇ ਕਿ ਇੱਕ ਮਿਸ਼ਰੀ ਦਾ ਪਹਾੜ ਹੋਵੇ ਤੇ ਕੀੜੀ ਉਹਦੀ ਸੈਰ ਤੇ ਚੜ੍ਹ ਜਾਵੇ, ਉਹ ਮਿਸ਼ਰੀ ਦੇ ਪਹਾੜ ਦਾ ਅੰਤ ਨਹੀਂ ਪਾ ਸਕਦੀ। ਪਰ ਇੰਨਾ ਹੈ ਕਿ ਆਪਣਾ ਪੇਟ ਭਰਨ ਵਾਸਤੇ ਮਿੱਠਾ ਖਾ ਜ਼ਰੂਰ ਸਕਦੀ ਹੈ। ਅਸੀਂ ਪ੍ਰਭੂ ਦਾ ਅੰਤ ਨਹੀਂ ਪਾ ਸਕਦੇ। ਬਸ ਉਸ ਪ੍ਰਭੂ ਪਿਆਰੇ ਦਾ ਨਾਮ ਜਪ ਕੇ ਆਪਣੀ ਆਤਮਾ ਦਾ ਕਲਿਆਣ ਕਰ ਸਕਦੇ ਹਾਂ। ਸੋ ਸਤਿਗੁਰੂ ਕਲਗੀਧਰ ਪਿਤਾ ਜੀ ਕਿਰਪਾ ਕਰਨ, ਇਹ ਬਚਨ ਹਿਰਦੇ 'ਚ ਵਸਣ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਤੇ ਸਮਾਪਤੀ ਕਰੀਏ ਜੀ। ਆਦ ਜੁਗਾਦ ਅਨੀਲ ਅਨਾਹਦ, ਲੋਕ ਅਲੋਕ ਬਿਲੋਕ ਨ ਪਾਇਓ। ਰੇ ਮਨ ਮੂੜ ਅਗੂੜ ਏਸੋ ਪ੍ਰਭ, ਕਹੋ ਕਹਿ ਆਨ ਸੁਨਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।